ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀਓ, ਵਡਭਾਗੀ ਹੋ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਆਨੰਦ ਮਾਣ ਰਹੇ ਹੋ। ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਗਿਆਨ ਦੇ ਨਾਲ ਆਪਣੀ ਵਿਕਾਰਾਂ ਵਿੱਚ ਲਿਬੜੀ ਹੋਈ ਆਤਮਾ ਨੂੰ ਸਾਫ਼ ਕਰਨ ਲਈ ਯਤਨਸ਼ੀਲ ਹੋ। ਸਾਨੂੰ ਜਿਸ ਤਰ੍ਹਾਂ ਗੁਰੂ ਸਾਹਿਬ ਫਰਮਾ ਗਏ ਨੇ ਕਿ ਇਸ ਸੰਸਾਰ ਦੇ ਵਿੱਚ ਇੱਕ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਨਾਮ ਸਲਾਮਤ ਰਹਿੰਦਾ ਹੈ, ਸਥਿਰ ਰਹਿੰਦਾ ਹੈ। ਇੱਕ ਗੁਰੂ ਸਾਹਿਬ ਜੀ ਦਾ ਆਪਣਾ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਨੇ ਤੀਸਰਾ ਉਹ ਸ਼ਖਸ ਜਿਹੜਾ ਬੰਦਗੀ ਕਰਨ ਵਾਲਾ, ਜਿਹੜਾ ਗੁਰੂ ਦੇ ਦਿੱਤੇ ਹੋਏ ਮੰਤਰ ਦਾ ਜਾਪ ਕਰਕੇ ਆਪਣੀ ਆਤਮਾ ਨੂੰ ਸਫਲ ਕਰ ਲੈਂਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰੂ ਸਾਹਿਬ ਫਰਮਾਉਂਦੇ ਨੇ ਪ੍ਰਮਾਤਮਾ ਗੁਰੂ ਸਾਹਿਬ ਜਾਂ ਫਿਰ ਕਿਨ ਜਪਿਓ ਗੁਰਮੰਤ, ਜਿਨ੍ਹਾਂ ਨੇ ਗੁਰੂ ਦਾ ਬਖਸ਼ਿਆ ਹੋਇਆ ਮੰਤਰ ਪ੍ਰਮਾਤਮਾ ਦੇ ਨਾਮ ਦਾ ਰਸ ਲਿਆ, ਉਹਨਾਂ ਦਾ ਨਾਮ ਰਹਿੰਦਾ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਹੋਰ ਥਾਂ ਵੀ ਫਰਮਾਉਂਦੇ ਹਨ, 184 ਮੇਦਣੀ ਸਭ ਆਵੈ ਜਾਸੀ, ਨਿਸ਼ਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਨਾਸੀ। ਸਾਰੀ ਕਾਨਾਇਤ ਕੁਦਰਤ ਦੇ ਵਿੱਚ ਜਨਮ ਲੈਣ ਵਾਲੀਆਂ ਸਾਰੀਆਂ ਜੂਨਾਂ ਆਉਣ ਜਾਣ ਵਾਲੀਆਂ ਹਨ, 184 ਮੇਦਨੀ ਸਭ ਆਵੈ ਜਾਸੀ। ਇਹਨਾਂ ਦੇ ਵਿੱਚੋਂ ਨਿਸ਼ਚਲ ਕਿਸ ਨੇ ਰਹਿਣਾ ਹੈ? ਨਿਸ਼ਚਲ ਸੱਚ ਖੁਦਾਏ ਏਕ, ਜਾਂ ਫਿਰ ਖੁਦਾਏ ਬੰਦਾ ਅਬਨਾਸੀ। ਉਹ ਖੁਦਾ ਦਾ ਬੰਦਾ ਜਿਹੜਾ ਬੰਦਗੀ ਕਰਕੇ ਅਬਨਾਸ਼ੀ ਪਤ ਨੂੰ ਪ੍ਰਾਪਤ ਹੁੰਦਾ ਹੈ, ਉਹ ਇਸ ਸੰਸਾਰ ਵਿੱਚ ਸਦਾ ਜਿਉਂਦਾ ਰਹਿੰਦਾ ਹੈ। ਸੋ ਸਾਨੂੰ ਗੁਰੂ ਸਾਹਿਬ ਜੀ ਨੇ ਪ੍ਰੇਰਿਆ ਅਤੇ ਗਿਆਨ ਬਖਸ਼ਿਆ ਕਿ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਕਰਮ, ਉਹਦੀ ਬਖਸ਼ਿਸ਼ ਜਿਸ ਮਨੁੱਖ 'ਤੇ ਹੋ ਜਾਂਦੀ ਹੈ, ਉਹ ਗੁਰੂ ਦੇ ਚਰਨਾਂ ਨਾਲ ਲੱਗਦਾ। ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਹਾਸਲ ਕਰਕੇ ਖਿਮਾ ਗਹੀ ਮਨ ਸਤਿਗੁਰ ਦੀਆ, ਸਤਿਗੁਰੂ ਨੂੰ ਮਨ ਸੌਂਪ ਕੇ ਖਿਮਾ ਹਾਸਲ ਕਰਦਾ। ਜਦੋਂ ਖਿਮਾ ਹਾਸਲ ਕਰਦਾ ਹੈ, ਉਦੋਂ ਗਵਾਚਦਾ ਕੀ ਹੈ? ਹਉਮੈ। ਹਉਮੈ ਨੂੰ ਗਵਾ ਕੇ ਖਿਮਾ ਨੂੰ ਪ੍ਰਾਪਤ ਕਰਕੇ, ਇਹ ਗੁਰੂ ਦੀ ਬਖਸ਼ਿਸ਼ ਨਾਲ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਗੁਰੂ ਸਾਹਿਬ ਜੀ ਤੋਂ ਬਿਨਾਂ ਇਹ ਗਿਆਨ ਪ੍ਰਾਪਤ ਨਹੀਂ ਹੁੰਦਾ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇੱਕ ਦਫਾ ਕਿਸੇ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਸੀ? ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਵੇਦ ਕਤੇਬ ਨਾ ਭੇਦ ਲਖਿਓ, ਸੋਈ ਗੁਰੂ ਗੁਰਮੋਹਿ ਬਤਾਇਓ। ਮੇਰੇ ਗੁਰਪਿਤਾ ਨੇ ਮੈਨੂੰ ਇਹੀ ਦੱਸਿਆ ਕਿ ਜਿਸ ਪ੍ਰਮਾਤਮਾ ਦਾ ਭੇਦ ਵੇਦਾਂ ਅਤੇ ਕਤੇਬਾਂ ਨੇ ਨਹੀਂ ਪਾਇਆ, ਉਹ ਪ੍ਰਮਾਤਮਾ ਹੀ ਅਕਾਲ ਪੁਰਖ ਸੱਚਾ ਵਾਹਿਗੁਰੂ ਹੀ ਗੁਰੂ ਨਾਨਕ ਸਾਹਿਬ ਦਾ ਗੁਰੂ ਸੀ। ਤੋ ਗੁਰੂ ਨਾਨਕ ਸਾਹਿਬ ਜੀ ਆਪ ਵੀ ਇੱਕ ਸ਼ਬਦ ਦੇ ਵਿੱਚ ਇਸ਼ਾਰਾ ਦਿੰਦੇ ਹਨ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਹੈ ਕਿ ਹੋਰ ਕੋਈ ਥਾਂ ਨਹੀਂ ਇਸ ਤਪਦੇ ਮਨ ਨੂੰ ਸ਼ਾਂਤ ਕਰ ਦੇਵੇ, ਇਸ ਭਟਕਦੀ ਆਤਮਾ ਨੂੰ ਸਹਿਜ ਵਿੱਚ ਲੈ ਆਵੇ। ਕੇਵਲ ਅਤੇ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਹੈ ਜੋ ਆਤਮਾ ਨੂੰ ਸਹਿਜ ਵਿੱਚ ਲਿਆਉਂਦਾ, ਜੋ 84 ਲੱਖ ਜੂਨਾਂ ਤੋਂ ਬਚਾਉਂਦਾ। ਜਿਹੜਾ ਪ੍ਰਮਾਤਮਾ ਦਾ ਨਾਮ ਇਸ ਲੋਕ ਵਿੱਚ ਆਤਮਾ ਨੂੰ ਸਫਲ ਕਰਦਾ ਅਤੇ ਪ੍ਰਲੋਕ ਵਿੱਚ ਵਡਿਆਈ ਬਖਸ਼ਦਾ ਹੈ। ਤੇ ਬਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜਿਸ ਤਰ੍ਹਾਂ ਪਾਣੀ ਘੜੇ ਦੇ ਵਿੱਚ ਹੀ ਟਿਕ ਸਕਦਾ ਹੈ, ਪਰ ਘੜਾ ਪਾਣੀ ਤੋਂ ਬਿਨਾਂ ਬਣਦਾ ਨਹੀਂ। ਇਸੇ ਤਰ੍ਹਾਂ ਇਹ ਸੰਸਾਰੀ ਮਨ ਪ੍ਰਮਾਤਮਾ ਦੇ ਨਾਮ ਅਤੇ ਗੁਰੂ ਦੇ ਬਖਸ਼ੇ ਹੋਏ ਮੰਤਰ ਤੋਂ ਬਿਨਾਂ ਕਾਬੂ ਨਹੀਂ ਆਉਂਦਾ। ਅਤੇ ਗੁਰੂ ਦਾ ਗਿਆਨ ਗੁਰੂ ਹੀ ਬਖਸ਼ਦਾ ਹੈ। ਜਦੋਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਈਏ, ਹਉਮੈ ਤਿਆਗ ਕੇ, ਆਪਣੀ ਮੱਤ ਤਿਆਗ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਜਾਈਏ, ਉਦੋਂ ਗੁਰੂ ਸਾਹਿਬ ਜੀ ਇੱਕ ਜੀਵਨ ਜਾਚ ਬਖਸ਼ਦੇ ਹਨ,
ਇੱਕ ਮਰਿਆਦਾ ਬਖਸ਼ਦੇ ਹਨ, ਜਿਹੜੀ ਮਰਿਆਦਾ ਸਾਡੀ ਆਤਮਾ ਨੂੰ, ਟੁੱਟੀ ਹੋਈ ਪ੍ਰਮਾਤਮਾ ਤੋਂ ਟੁੱਟੀ ਹੋਈ ਆਤਮਾ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਕਰਨ ਦੇ ਸਮਰੱਥ ਹੈ। ਤੋ ਗੁਰੂ ਸਾਹਿਬ ਫਰਮਾਉਂਦੇ ਹਨ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਸਾਹਿਬ ਫਰਮਾਉਂਦੇ ਹਨ, ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੂਲੋਂ ਨਾ ਬਾਕੀ। ਇਹ ਮੂਲ ਵੀ ਮਨੁੱਖ ਦਾ ਨਹੀਂ ਬਚਦਾ ਜੇ ਗੁਰੂ ਦਾ ਗਿਆਨ ਹਾਸਲ ਨਾ ਕੀਤਾ। ਗੁਰ ਬਿਨ ਗਿਆਨ, ਤੇ ਜੇ ਗਿਆਨ ਹਾਸਲ ਨਹੀਂ ਹੋਇਆ, ਧਰਮ ਬਿਨ ਧਿਆਨ, ਨਾ ਧਰਮ ਤੇ ਨਾ ਧਿਆਨ ਹਾਸਲ ਪਰਪੱਕ ਹੁੰਦੇ ਹਨ, ਨਾ ਕੁਛ ਹਾਸਲ ਹੁੰਦਾ ਹੈ। ਜੇ ਧਿਆਨ ਵਿੱਚ ਪਰਪੱਕਤਾ ਨਹੀਂ ਆਈ, ਫਿਰ ਮੁਕਤੀ ਦਾ ਦਰ ਨਹੀਂ ਮਿਲਦਾ, ਤੇ ਜੇ ਮੁਕਤੀ ਦਾ ਦਰ ਨਾ ਮਿਲੇ ਤਾਂ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ, ਮਨੁੱਖ ਤੇਰਾ ਉਹ ਮੂਲ ਵੀ ਨਹੀਂ ਬਚਦਾ ਜਿਸ ਮੂਲ ਦੇ ਬਦਲੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ। ਤੋ ਸਾਨੂੰ ਗੁਰੂ ਸਾਹਿਬ ਜੀ ਨੇ ਬਾਰ-ਬਾਰ ਇਹੀ ਫਰਮਾਇਆ ਹੈ ਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਪਰਮਾਤਮਾ ਦੀ ਬੰਦਗੀ ਨਹੀਂ ਹੋ ਸਕਦੀ। ਇਹ ਜੀਵਨ ਦੇ ਵਿੱਚ ਮਾਇਆ ਦਾ ਪਰਿਵਾਰ ਪਿੱਛਾ ਨਹੀਂ ਛੱਡਦੇ। ਤੋ ਜਿਸ ਤਰ੍ਹਾਂ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਨੇ ਸਾਨੂੰ ਆਪਣੇ ਤਜਰਬੇ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦੇ ਹਾਂ ਉਦੋਂ ਸਾਨੂੰ ਆਸਤੇ ਆਸਤੇ ਸਾਡੀ ਸਮਝ ਜਿਵੇਂ ਜਿਵੇਂ ਵਿਕਾਰਾਂ ਤੋਂ ਮੁਕਤ ਹੋ ਕੇ ਕੁਛ ਗੁਰੂ ਸਾਹਿਬ ਜੀ ਤੋਂ ਗ੍ਰਹਿਣ ਕਰਦੀ ਹੈ, ਤੇ ਇਹੀ ਸਾਨੂੰ ਹਾਸਲ ਹੁੰਦਾ ਹੈ। ਸਾਡੀ ਆਤਮਾ ਨੂੰ ਇਹੀ ਕੁਛ ਫਲ ਪ੍ਰਾਪਤ ਹੁੰਦਾ ਹੈ ਕਿ ਅਹੰਕਾਰ ਨੂੰ ਗਵਾ ਕੇ ਨਿਰਮਾਣਤਾ ਨੂੰ ਹਾਸਲ ਕਰਨਾ ਹੀ ਪ੍ਰਾਪਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹਉਮੈ ਗਵਾਉਣ ਲਈ ਗੁਰੂ ਸਾਹਿਬ ਜੀ ਨੇ ਦੁਬਦਾ ਨੂੰ ਮਾਰਨ ਲਈ, ਹਉਮੈ ਗਵਾਉਣ ਲਈ, ਨਿਰਮਾਣਤਾ ਨੂੰ ਪਾਉਣ ਲਈ ਹੀ ਸਾਨੂੰ ਸਾਧਨ ਦਿੱਤੇ ਹਨ, ਇੱਕ ਜੀਵਨ ਜਾਚ ਬਖਸ਼ੀ ਹੈ। ਤੋ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੀ ਜ਼ਿੰਦਗੀ ਦਾ ਇੱਕ ਵੀ ਪਲ ਗੁਰੂ ਸਾਹਿਬ ਜੀ ਦੀ ਅਗਵਾਈ ਤੋਂ ਬਿਨਾਂ ਨਾ ਬੀਤੇ। ਅਸੀਂ ਗੁਰੂ ਸਾਹਿਬ ਜੀ ਦੀ ਅਗਵਾਈ ਕਬੂਲ ਕਰਕੇ ਆਪਣਾ ਹਰੇਕ ਪਲ ਆਪਣੀ ਸੁਰਤ ਨੂੰ ਵਿਕਾਰਾਂ ਤੋਂ ਮੁਕਤ ਕਰਨ ਲਈ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਨਾਮ ਦੇ ਮੰਤਰ ਦਾ ਆਸਰਾ ਲਈਏ, ਦਰਗਾਹ ਦੀ ਬਾਣੀ ਦਾ ਆਸਰਾ ਲਈਏ। ਸਾਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੈ, ਗੁਰੂ ਰਾਮਦਾਸ ਜੀ ਆਪ ਫਰਮਾਉਂਦੇ ਹਨ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀਆਂ ਦੇ ਸਿਰੇ ਦੀ ਬਾਣੀ, ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰਗਾਹ ਦੀ ਬਾਣੀ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਦੀ ਬਾਣੀ ਹੈ। ਜਿਹੜਾ ਇਸ ਨੂੰ ਅੱਖਾਂ ਨਾਲ ਦੀਦਾਰ ਕਰਕੇ, ਜੀਭ ਦੇ ਨਾਲ ਗਾ ਕੇ, ਕੰਨਾਂ ਨਾਲ ਸੁਣ ਕੇ ਹਿਰਦੇ ਵਿੱਚ ਵਸਾਉਂਦਾ ਹੈ, ਉਸ ਦੀ ਆਤਮਾ ਵਿੱਚ ਪਰਮਾਤਮਾ ਦੇ ਪ੍ਰਕਾਸ਼ ਦਾ ਨੂਰ ਪੈਦਾ ਹੁੰਦਾ ਹੈ। ਅੰਤਰ ਪ੍ਰਗਾਸ ਮਹਾਰਸ ਪੀਵੇ, ਫਿਰ ਉਹ ਮਹਾਰਸ ਪ੍ਰਾਪਤ ਕਰਦਾ ਹੈ। ਉਹਦੇ ਹਿਰਦੇ ਵਿੱਚ ਪਰਮਾਤਮਾ ਦੇ ਨੂਰ ਦਾ ਪ੍ਰਕਾਸ਼ ਹੋ ਜਾਂਦਾ। ਫਿਰ ਸਾਰੇ ਸਮਾਜ ਵਿੱਚ, ਸਾਰੀ ਕਾਇਨਾਤ ਵਿੱਚ ਉਸ ਦੀ ਇੱਜ਼ਤ ਹੁੰਦੀ ਹੈ। ਸੋ ਅਸੀਂ ਆਪਣੇ ਆਪ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਆਪ ਹੀ ਦੇਖ ਸਕਦੇ ਹਾਂ ਕਿ ਅਸੀਂ ਕਿਸ ਪੜਾਅ 'ਤੇ ਪਹੁੰਚ ਚੁੱਕੇ ਹਾਂ। ਆਖਰ ਜਦੋਂ ਦਾ ਸਾਡਾ ਜਨਮ ਹੋਇਆ, ਜਿੰਨੀ ਕੁ ਵੀ ਆਯੂ ਸਾਡੀ ਬੀਤ ਚੁੱਕੀ ਹੈ, ਇਸ ਆਯੂ ਦੇ ਵਿੱਚ ਅਸਾਂ ਗੁਰੂ ਸਾਹਿਬ ਜੀ ਦੀ ਇਸ ਕੌਮ ਲਈ, ਗੁਰੂ ਸਾਹਿਬ ਜੀ ਦੇ ਇਸ ਸਿਧਾਂਤ ਲਈ, ਜਿਹੜਾ ਉਹਨਾਂ ਨੇ 240 ਸਾਲ ਦਾ ਸਫ਼ਰ ਕਰਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ, ਜਦੋਂ ਗੁਰੂ ਦਸਮ ਪਾਤਸ਼ਾਹ ਨੰਦੇੜ ਵਿੱਚ ਜਾ ਕੇ ਆਖਰੀ ਸਮੇਂ ਜਦੋਂ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋਏ, ਉਸ ਸਮੇਂ ਤੱਕ 240 ਸਾਲ ਦਾ ਸਫ਼ਰ ਬਣਦਾ ਹੈ। ਇਸ ਸਫ਼ਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ 10 ਜਾਮਿਆਂ 'ਚ ਬਹੁਤ ਵੱਡੀ ਜੱਦੋ-ਜਹਿਦ ਅਤੇ ਬਹੁਤ ਵੱਡੀਆਂ ਕੁਰਬਾਨੀਆਂ ਹਨ। ਪੰਜਵੇਂ ਗੁਰੂ ਨਾਨਕ ਤੋਂ ਲੈ ਕੇ ਜਿਸ ਤਰ੍ਹਾਂ ਤੱਤੀ ਤਵੀ 'ਤੇ ਬੈਠ ਕੇ ਉਹਨਾਂ ਨੇ ਸਿਦਕ ਤੇ ਸਹਿਜ ਦਾ ਪ੍ਰਦਰਸ਼ਨ ਕੀਤਾ, ਜਿਸ ਤਰ੍ਹਾਂ ਦੁਨੀਆ ਨੂੰ ਦੱਸਿਆ ਕਿ ਇਤਿਹਾਸ ਕੀ ਹੁੰਦਾ ਹੈ, ਮਿਥਿਹਾਸ ਕੀ ਹੁੰਦਾ ਹੈ, ਮਿਥਿਹਾਸ ਤੇ ਇਤਿਹਾਸ ਦੇ ਵਿੱਚ ਫਰਕ ਕੀ ਹੁੰਦਾ ਹੈ। ਤੋ ਇਹ ਕੱਲ੍ਹ ਦੀਆਂ ਗੱਲਾਂ ਨੇ, ਬਹੁਤ ਥੋੜ੍ਹੇ ਸਮੇਂ ਦੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਨੇ ਦੇਖੀਆਂ, ਅਤੇ ਖਾਸ ਕਰਕੇ ਉਸ ਮਜ਼ਹਬ, ਉਸ ਇਸਲਾਮ ਦੇ ਵਿੱਚ ਵਿਚਰਨ ਵਾਲੇ, ਉਸ ਇਸਲਾਮ ਦਾ ਜਸ ਗਾਉਣ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ 5ਵੇਂ ਅਵਤਾਰ ਦੀ ਮਹਿਮਾ ਜੋ ਆਪ ਅੱਖੀਂ
देख के उन्हां दी कुर्बानी ते लिखी ते लोकां विच प्रचारी, सानू उत्ते माण है। तो गुरु नानक साहिब जी ने जो कुर्बानियां कीतियां, खास करके असीं गुरु ग्रंथ साहिब दे विच साखियां सुणदे हां भगत प्रहलाद दियां। भगत प्रहलाद नूं जदों हरनाकश ने तप दे थंम नाल बन्नना चाहिया या उन्होंने जफ्फी पाउण लई मजबूर किया, उदों कीड़ी उसनूं नज़र आई प्रहलाद नूं। प्रहलाद ने देखिया कि तप दे थंम दे नाल कीड़ी जिउंदी रह सकदी ते मेरा की विगड़ सकदा। पर जदों प्रहलाद ने जफ्फी पाई वो ठंडा हो गया। लेकिन इतिहास दसदा है, जे इतिहास होवे तो कीड़ी जिहड़ी उत्ते थंम ते नज़र आई, ना उहदा पहला कोई इतिहास सी ते ना उस तो बाद उसने कोई संगत नूं या लुकाई नूं इहो जिहा उपदेश दिता जिस उपदेश तो प्रहलाद वर्गे होर कोई तैयार हो सकन। सो ये मिथिहास इसे करके ही इसनूं मिथिहास कहा जाता है। तो गुरु अर्जन देव जी जदों तत्ती तवी ते बैठे, उदों मणा मूही लकड़ी बाल के लोह थल्ले ते तवा लाल किया गया। लाल तवी दे उत्ते जदों गुरु अर्जन देव जी बैठे तो उन्होंने कोई कीड़ी या कोई होर करामात नज़र नहीं आई। उन्होंने केवल अकाल पुरख सच्चे वाहिगुरू का हुक्म मन के उहदा भाणा मिठा करके मन के उस तवी ते समाधि लाई। तो इतिहास विच जिक्र आउंदा है कि गुरु साहब जी की चरबी पिघली, जिहड़े हड्ड सी लाल होए, गोडियां दे पट्टां दे हड्ड लाल होए। जिन्ना भी ताप संताप सी, जिन्ना भी वो दुख सी कष्ट सी, गुरु साहब जी ने बड़ी सहज अवस्था में शांत अवस्था में उसनूं झल्लिया। तो गुरु अर्जन देव जी की शहादत बारे भाई साहब भाई गुरदास जी लिखते हैं, सुख संपट विच रहण विहाणी गुर अर्जन विटो कुर्बानी। गुरु अर्जन देव जी तो कुर्बान जाना चाहिए है, या मैं जांदा हाँ, जिन्हां ने ये दुखां दी रात, अंतां दे दुखां दी रात नूं सुखां विच बतीत किया। तो साडे इतिहास विच गुरु तेग बहादुर साहब जी की शहादत, गुरु साहिबान दे गुरु इतिहास विचों छोटे साहिबजादियां दी माता जी की शहादत, दसम पातशाह की अपनी शहादत, ये 8 सीस दिते सन 240 के समय, 240 साल के समय विच। उस तो बाद सानू एक मुकम्मल कौम के रूप में स्थापित करके एक कंसैप्ट दिता, पंथ के ग्रंथ का सिद्धांत दिता। सानू हरेक युग विच संगत वर्गी एक जिउंदी जागदी ते जवान अवस्था दिती, जिस संगत दे विचों 5 प्यारिਆਂ ਦਾ ਸਰੂਪ ਜਿਹੜਾ ਨਿਤ ਨਵਾਂ ਨਰੋਆ ਦਸਮ ਪਾਤਸ਼ਾਹ ਦੇ ਸਰੀਰ ਦੀ ਅਗਵਾਈ ਕਰਨ ਵਾਲਾ ਦਿੱਤਾ, ਅਤੇ ਆਪਣੀ ਆਤਮਾ 10 ਪਾਤਸ਼ਾਹੀਆਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਖਸ਼ਿਸ਼ ਦਿੱਤਾ। ਤੇ ਫਿਰ ਬਖਸ਼ਿਸ਼ ਕਰਕੇ ਕਿਹਾ ਕਿ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ पूजा काल की परचा शब्द का दर्शन खालसे का। तो अज असां सारी संगत ने ये देखना है कि साडा सिद्धांत अज कायम है कि असी दसम पातशाह दे इस पवित्र मार्ग नूं, पवित्र पहचान नूं, खालसाई पहचान नूं जिउंदा रख सके हाँ, या अज गुरु साहिब जी का शरीर जिहड़ा 5 प्यारिਆਂ विच सानूं मिलना चाहिए सी, वो मिल चुका है, या उसकी सानू अगवाई मिलती है। असी जदों पुरातन इतिहास पढ़ते हाँ तो उदों एक बहुत पुराने इतिहासकार ने लिखा जिसका नाम इतिहास विच नहीं वो कवरकियां ते मिलता, केवल 7-8 पेज ने जिहड़े वो इतिहासकार के नाम तो बिना मिले। वो लिखता है कि जदों गुरु गोबिंद सिंह जी ने अपनी तैयारी आप की ते हुक्म दिता लकड़ियां लियाउण लई, कनातां चिणन लई, ये भी हुक्म किया कोई झाती ना मारे। तो खालसे ने हुक्म स्यों लकड़ियां ले आई, कनाते तैनात की। तो खालसे ने जब असवारे का रूप नजरी आया तो खालसे ने गुरु जी को ये पूछा कि गुरु जी पाकी नाई पाक, हुक्म होए जो खालसा मत्था कहाँ टेके। तो उस समय गुरु साहब जी ने हुक्म दिता कि मैं खालसा अकाल को सौंपा, जो खालसे की रहत बचारेगा तिसका बेली है।
जब ये कहे विप्रन की रीत मैं ना करूँ इनकी प्रतीत। तो गुरु साहब जी ने कहा कि 10 पातशाहियों के शब्द की विचार करनी, 10 पातशाहियों के शब्द नूं मत्था टेकना। गुरु ग्रंथ साहब तुहाडा गुरु होवेगा ਅਤੇ 5 ਪਿਆਰਿਆਂ ਦੇ 5 ਸਿੱਖਾਂ ਦੇ ਖਾਲਸਾ ਸਰੂਪ ਨੂੰ ਮੇਰਾ ਰੂਪ ਜਾਣ ਕੇ ਸਤਿਕਾਰ ਕਰਨਾ ਤੇ ਹੁਕਮ ਮੰਨਣਾ। ਇਹ ਹੁਕਮ ਸੀ। ਪਰ ਅੱਜ ਗੁਰੂ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਡੇ ਵਿੱਚ ਬਿਰਾਜਮਾਨ ਹੈ। ਅਸੀਂ ਗੁਰੂ ਸਾਹਿਬ ਜੀ ਦੇ ਮੱਥਾ ਟੇਕਦੇ ਹਾਂ, ਸੁੱਖਣਾ ਸੁੱਖਦੇ ਹਾਂ, ਆਪਣੇ ਪਰਿਵਾਰ ਦੇ ਸੁੱਖਾਂ ਲਈ, ਆਪਣੇ ਰਿਸ਼ਤੇਦਾਰਾਂ ਦੇ ਸੁੱਖਾਂ ਲਈ, ਬੱਚਿਆਂ ਦੇ ਸੁੱਖਾਂ ਲਈ, ਹੋਰ ਸਹੂਲਤਾਂ ਲੈਣ ਵਾਸਤੇ। ਪਰ ਕਦੇ ਅਸੀਂ ਜਿਹੜਾ ਮਕਸਦ ਸੀ ਗੁਰੂ ਸਾਹਿਬ ਜੀ ਦਾ ਸਾਨੂੰ ਇਹ ਬਾਣੀ ਦੇਣ ਦਾ, ਉਸ ਮਕਸਦ ਨੂੰ ਸਮਝ ਕੇ ਨਾਮ ਦੀ ਦਾਤ ਨਹੀਂ ਮੰਗ ਪਾਏ। ਕਦੇ ਅਸੀਂ ਅੱਜ ਤੱਕ ਮੈਨੂੰ ਲੱਗਦਾ ਹੈ ਕਿ ਅਸੀਂ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਕੌਮ ਨੂੰ ਕਦੀ ਨਹੀਂ ਲਿਜਾ ਪਾਏ। ਸਾਡੀ ਕੌਮ ਸਦੀਆਂ ਤੋਂ ਖੁਆਰ ਹੁੰਦੀ ਆਈ, ਨੁਕਸਾਨ ਹੁੰਦਾ ਆਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਤੇ ਉਹਨਾਂ ਦੇ ਥਾਪੜਾ ਲੈ ਕੇ ਨਦੇੜ ਤੋਂ ਆਇਆ, ਉਸਨੇ 7 ਸਦੀਆਂ ਦੀ ਗੁਲਾਮੀ ਸਾਡੇ ਮਗਰੋਂ ਲਾਈ, ਹਿੰਦੁਸਤਾਨ ਦੇ ਮਗਰੋਂ ਲਾਈ। ਹਿੰਦੁਸਤਾਨ 7 ਸਦੀਆਂ ਦਾ ਗੁਲਾਮ ਸੀ। ਤੋਂ ਦਿੱਲੀ ਦੇ ਵਿੱਚ, ਦਿੱਲੀ ਨੂੰ ਲੁੱਟ ਕੇ ਧਾੜਵੀ ਜਦੋਂ ਆਉਂਦੇ ਸਨ, ਅਫਗਾਨ ਕੀ, ਮੁਗਲ ਕੀ, ਪਠਾਨ ਕੀ, ਗਜ਼ਨਵੀ ਕੀ, ਇਹ ਜਿੰਨੇ ਵੀ ਲੋਕ ਆਉਂਦੇ ਸਨ, ਗੁਲਾਮ ਕੀ, ਇਹ ਜਿੰਨੇ ਵੀ ਲੋਕ ਦਰਾ ਖੈਬਰ ਦਾ ਰਸਤਾ ਨਿਕਲ ਕੇ ਆਉਂਦੇ ਸਨ, ਇਹ ਦਿੱਲੀ ਨੂੰ ਲੁੱਟ ਕੇ ਲੈ ਜਾਂਦੇ ਸਨ। ਦਿੱਲੀ ਦਾ ਪੈਸਾ, ਦੌਲਤ ਤੇ ਦਿੱਲੀ ਦੀ ਆਬਰੂ। ਇਹ ਰਾਜਪੂਤਾਂ ਦੀਆਂ ਬੱਚੀਆਂ, ਹਿੰਦੁਸਤਾਨ ਦੀਆਂ ਲੜਕੀਆਂ, ਇਹਨਾਂ ਨੂੰ ਬੰਦੀ ਬਣਾ ਕੇ ਜਦੋਂ ਗਜ਼ਨੀ ਦੇ ਬਾਜ਼ਾਰਾਂ 'ਚ ਵੇਚਦੇ ਸਨ 2-2 ਦਿਨਾਰਾਂ ਤੇ, ਤੋਂ ਉਦੋਂ ਇਹ ਰਾਜਪੂਤ ਅਖਾਉਣ ਵਾਲੇ ਆਪਣੀਆਂ ਧੀਆਂ ਭੈਣਾਂ ਨੂੰ ਵਿਕਦਿਆਂ ਦੇਖ ਕੇ ਮੂੰਹ ਫੇਰ ਕੇ ਨਿਕਲ ਜਾਂਦੇ ਸਨ। ਕੋਈ ਜ਼ੁਰਤ ਨਹੀਂ ਸੀ ਕਰਦਾ ਬੋਲਣ ਦੀ। ਉਸ ਸਮੇਂ ਤੋਂ, ਉਸ ਗੰਦਗੀ ਦੇ ਵਿੱਚੋਂ ਦੇਸ਼ ਨੂੰ ਕੱਢਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਅਤੇ 10 ਪਾਤਸ਼ਾਹ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਦੀ ਸ਼ਹਾਦਤ ਤੋਂ ਬਾਅਦ ਉਸਨੇ ਜਿਵੇਂ ਸਮਾਣੇ ਨੂੰ ਸੋਧਿਆ, ਪੀਰ ਬੁੱਧੂ ਸ਼ਾਹ ਦੇ ਕਾਤਲ ਸਢੌਰੇ ਦੇ ਨਵਾਬ ਨੂੰ ਸੋਧਿਆ, ਜਿਵੇਂ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਵਜ਼ੀਰ ਖਾਂ ਨੂੰ ਸੋਧਿਆ, ਉਸ ਤੋਂ ਬਾਅਦ ਉਹਨੂੰ ਘਸੀਟ ਕੇ ਸਰਹੰਦ ਵਿੱਚ ਲਿਆਂਦਾ। ਸਰਹੰਦ ਵਿੱਚ ਲਿਆ ਕੇ ਫਿਰ ਇਤਿਹਾਸਕਾਰ ਲਿਖਦੇ, ਫਿਰ ਜੀਵਤ ਹੀ ਅਗਨੀ ਬੀਚ ਸਾੜਿਓ ਪਾਏ ਵਜੀਦਾ ਨੀਚ। ਵਜੀਦ ਖਾਨ ਨੀਚ ਨੂੰ ਜਿਉਂਦੇ ਜੀ ਅੱਗ ਵਿੱਚ ਸਾੜ ਕੇ ਸਾਹਿਬਜ਼ਾਦਿਆਂ ਦੇ ਉਸ ਬੇਰਹਿਮੀ ਨਾਲ ਕਤਲ ਦੀ ਸਜ਼ਾ ਦਿੱਤੀ। ਅਤੇ ਨਾਲ ਜਿਹੜੇ ਉਦੋਂ ਤਮਾਸ਼ਬੀਨ ਸੀ ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ। ਸੁੱਚਾਨੰਦ ਦੇ ਉਹਨੂੰ ਘਰੋਂ ਫੜ ਕੇ ਉਹਦੇ ਨੱਕ ਵਿੱਚ ਨਕੇਲ ਪਵਾ ਕੇ ਦਰ ਤੇ ਉਹਨੂੰ ਭੀਖ ਮੰਗਵਾਈ, ਉਹਦੀ ਹਵੇਲੀ ਲੁੱਟੀ ਤੇ ਸਵਾਹ ਕੀਤੀ ਸਾੜ ਕੇ। ਇਹ ਪੁਰਾਤਨ ਤੇ ਜਿੰਨੇ ਵੀ ਮੁਸਲਮਾਨ ਮੁਤੱਸਵੀ ਇਹ ਇਤਿਹਾਸਕਾਰ ਸਨ, ਸਾਰੇ ਲਿਖਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਤਬਾਹ ਕਰ ਦਿੱਤਾ ਤੇ ਜੋ ਮਾਲ ਸਬਾਬ ਸੀ ਲੁੱਟ ਲਿਆ। ਤੋਂ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸਾਨੂੰ ਰਾਜ ਭਾਗ ਦਿੱਤਾ, ਜਿਸ ਤਰ੍ਹਾਂ ਮੁਜ਼ਾਹਰਿਆਂ ਨੂੰ ਜ਼ਮੀਨ ਦੇ ਪਟੇ ਦੇ ਕੇ ਜ਼ਿਮੀਂਦਾਰ ਬਣਾਇਆ, ਉਹ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਰਾਜਾ ਸੀ। ਇਹਦੀ ਵਡਿਆਈ ਲੈਂਦਾ ਫਰਾਂਸ ਦਾ ਮੁਲਕ, ਜਿਹੜੇ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਮੁਜ਼ਾਹਰਿਆਂ ਨੂੰ ਇਹ ਪਟੇ ਦੇ ਕੇ ਜ਼ਿਮੀਂਦਾਰ ਬਣਾਇਆ ਸੀ। ਲੇਕਿਨ ਸਭ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਸ ਨੇ ਮੁਜ਼ਾਹਰਿਆਂ ਨੂੰ ਜ਼ਮੀਨਾਂ ਦੇ ਪਟੇ ਦੇ ਕੇ ਮਾਲਕ ਬਣਾਇਆ। ਤੇ ਜਿਹੜੇ ਚੌਧਰੀ ਸੀ, ਖਾਸ ਕਰਕੇ ਉਹ ਚੌਧਰੀ ਜਿਹੜੇ ਚੌਧਰੀ ਨੇ ਦੀਵਾਨ ਟੋਡਰ ਮੱਲ ਤੋਂ ਸੋਨੇ ਦੀਆਂ ਮੋਹਰਾਂ ਵਿਛਵਾ ਕੇ ਉਨੀ ਜ਼ਮੀਨ ਦਿੱਤੀ ਸੀ, ਮੁੱਲ ਦਿੱਤੀ ਸੀ। ਉਦੋਂ ਚੌਧਰੀ ਹੋਇਆ ਕਰਦਾ ਸੀ ਜ਼ਮੀਨਾਂ ਦਾ ਮਾਲਕ, ਤੇ ਉਹਦੇ ਅੱਗੇ ਤੇ ਪਿੱਛੇ 2-2 250 ਘੋੜ ਸਵਾਰ ਹੁੰਦੇ ਸਨ। ਜਦੋਂ ਉਹਦੀ ਪਾਲਕੀ ਬੱਗੀ ਨਿਕਲਦੀ ਸੀ ਹਵੇਲੀ 'ਚੋਂ, ਉਦੋਂ ਇਹਨਾਂ ਨੇ ਚੌਧਰੀਆਂ ਦਾ ਖਾਤਮਾ ਕੀਤਾ ਬੰਦਾ ਸਿੰਘ ਬਹਾਦਰ ਨੇ। ਤੇ ਗਰੀਬ ਜਿਹੜੇ ਮਿਹਨਤਕਸ਼ ਲੋਕ ਸਨ ਉਹਨਾਂ ਨੂੰ ਮੁਜ਼ਾਹਰਿਆਂ ਨੂੰ ਪਟੇ ਦੇ ਕੇ ਜ਼ਿਮੀਂਦਾਰ ਬਣਾਇਆ। ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਬੜੀ ਸੀ, ਉਹਦਾ ਪ੍ਰਭਾਵ ਤੇ ਉਹਦਾ ਤਪ ਤੇਜ ਬਹੁਤ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਬਖਸ਼ਾਂ ਬਹੁਤ ਸਨ, ਪਰ ਇਹ ਜ਼ਿਆਦਾ ਦੇਰ ਤੱਕ ਨਾ ਟਿਕ ਸਕਿਆ ਕਿਉਂਕਿ ਸ਼ਾਮ ਦਾਮ ਤੇ ਭੇਦ ਕਰਕੇ ਫਰਕਸ਼ੀਅਰ ਬਾਦਸ਼ਾਹ ਨੇ ਬੜੀਆਂ ਚਾਲਾਂ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਡੇ ਆਪਣੇ ਭਰਾਵਾਂ ਤੋਂ ਫਤਵੇ ਜਾਰੀ ਕਰਵਾ ਕੇ
ਉਹਦੀ ਸਪੋਰਟ ਵਾਪਸ ਲੈ ਕੇ ਉਹਨੂੰ ਫੜਵਾਇਆ ਤੇ ਫਿਰ ਉਹਦੀ ਬੋਟੀਆਂ ਕਰਵਾਈਆਂ। ਦਿੱਲੀ ਦੇ ਵਿੱਚ ਉਹ ਸ਼ਹੀਦ ਹੋਇਆ। ਹਾਲਾਂਕਿ ਸਾਡੇ ਇਹ ਜਿਹੜੇ ਲੋਕ ਅਕਾਲ ਤਖਤ 'ਤੇ ਉਦੋਂ ਮੌਜੂਦ ਸਨ, ਜਿਨ੍ਹਾਂ ਨੇ ਅਕਾਲ ਤਖਤ 'ਤੇ ਬੈਠ ਕੇ ਸ਼ਾਮ ਦਾਮ ਤੇ ਭੇਦ ਦੀ ਰਾਜਨੀਤੀ ਨਾਲ ਇਹ ਆਪ ਸੂਬੇ ਦੀ ਗੁਲਾਮੀ ਕੀਤੀ। ਲਾਹੌਰ ਦੇ ਸੂਬੇ ਕੋਲ ਨੌਕਰ ਹੋਏ ਤੇ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿੱਚ ਬੋਟੀ ਕਰਵਾਇਆ। ਇਹ ਜਿਹੜੇ ਫੜਾਉਣ ਵਾਲੇ ਸੀ ਉਹਨਾਂ ਦਾ ਅੱਜ ਕੋਈ ਇਤਿਹਾਸ ਨਹੀਂ, ਪਰ ਉਹ ਤੱਤ ਖਾਲਸਾ ਖਾਉਂਦੇ ਹਨ ਅੱਜ ਵੀ। ਪਰ ਸਾਨੂੰ ਸਮਝ ਨਹੀਂ ਆਈ ਕਿ 3 ਸਦੀਆਂ ਤੋਂ ਬਾਅਦ ਅੱਜ ਤੱਕ ਅਸੀਂ ਇਹ ਨਿਰਣਾ ਨਹੀਂ ਕਰ ਪਾਏ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ, ਜਿਹਨੂੰ ਬੋਟੀ ਨੋਚ ਕੇ ਮਾਰਿਆ, ਦਿੱਲੀ ਦੇ ਵਿੱਚ ਸ਼ਹੀਦ ਕੀਤਾ, ਜਿਹਦੇ ਬੱਚੇ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਤੁੰਨਿਆ, ਪਰ ਉਹ 10ਮ ਪਾਤਸ਼ਾਹ ਦਾ ਸਿੱਖ ਹੋ ਕੇ ਸ਼ਹੀਦ ਹੋਇਆ, ਉਸ ਨੂੰ ਅਸੀਂ ਅੱਜ ਤੱਕ ਮਾਫ ਨਹੀਂ ਕਰ ਪਾਏ। ਅਸੀਂ ਉਸ ਦੀ ਬਦਖੋਈ ਕਰਦੇ ਹਾਂ, ਸਾਡੇ ਢਾਡੀ ਉਹਦੀ ਬਦਖੋਈ ਕਰਦੇ ਹਨ ਕਿ 10ਮ ਪਾਤਸ਼ਾਹ ਦੇ ਅਸੂਲਾਂ 'ਤੇ ਨਹੀਂ ਸੀ ਚੱਲਿਆ। ਜੇ ਉਹ 10ਮ ਪਾਤਸ਼ਾਹ ਦੇ ਅਸੂਲਾਂ 'ਤੇ ਨਹੀਂ ਸੀ ਚੱਲਿਆ ਤੇ ਕੀ ਫਰਖਸ਼ੀਰ ਬਾਦਸ਼ਾਹ ਦੇ ਅਸੂਲਾਂ 'ਤੇ ਚੱਲਿਆ ਸੀ, ਜਿਸ ਨੇ ਉਹਨੂੰ ਬੋਟੀ ਕਰਵਾਇਆ? ਤੋ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਹੜਾ 10ਮ ਪਾਤਸ਼ਾਹ ਦਾ ਸਿੱਖ ਹੋ ਕੇ ਸ਼ਹੀਦ ਹੋਇਆ। ਉਹਦੇ ਬੱਚੇ ਦੀ ਬੜੀ ਲਸਾਨੀ ਕੁਰਬਾਨੀ, ਪਰ ਜਿਨ੍ਹਾਂ ਨੇ ਉਹਨੂੰ ਸ਼ਾਮਦਾਮ ਤੇ ਭੇਦ ਪ੍ਰਾਪਤ ਕਰਕੇ ਸੂਬੇ ਦੀ ਨੌਕਰੀ ਕਰਕੇ ਮਰਵਾਇਆ, ਉਹ ਅੱਜ ਤੱਕ ਵੀ ਤੱਤ ਖਾਲਸਾ ਖਾਉਂਦੇ ਹਨ। ਤੇ ਸਾਡੀ ਸਿੱਖ ਕੌਮ 3 ਸਦੀਆਂ ਤੋਂ ਗੁਲਾਮਾਂ ਦਾ, ਗਦਾਰਾਂ ਦਾ ਝੰਡਾ ਚੁੱਕ ਕੇ ਅੱਜ ਤੱਕ ਤੁਰੀ ਫਿਰਦੀ ਹੈ ਤੇ ਖੁਆਰ ਹੋ ਰਹੀ ਹੈ। ਸਾਡੀ ਕੋਈ ਹੋਂਦ ਨਹੀਂ ਅੱਜ ਤੱਕ ਬਣ ਪਾਈ। ਅਸੀਂ ਹੋਰ ਤਾਂ ਕੀ, ਅਸੀਂ ਆਪਣੇ ਗ੍ਰੰਥ ਤੇ ਪੰਥ ਨੂੰ ਅੱਜ ਤੱਕ ਜਿਉਂਦਾ ਨਹੀਂ ਰੱਖ ਪਾਏ। ਕਦੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦਰਬਾਰ ਵਿੱਚ ਬੈਠਦੇ ਸੀ, ਦੇਗ ਆਉਂਦੀ ਸੀ ਬਣ ਕੇ, ਦੇਗ ਜਦੋਂ ਆਉਂਦੀ ਸੀ ਗੁਰੂ ਸਾਹਿਬ ਤੀਰ ਦੀ ਅਣੀ ਨਾਲ ਜਾਂ ਛੋਟੀ ਸ੍ਰੀ ਸਾਹਿਬ ਦੇ ਨਾਲ ਇੱਕ ਕਿਣਕਾ ਪ੍ਰਸ਼ਾਦ ਦਾ ਲੈ ਕੇ ਤਲੀ 'ਤੇ ਰੱਖ ਕੇ ਛਕਦੇ ਸਨ। ਉਸ ਤੋਂ ਬਾਅਦ ਉਹ ਪ੍ਰਸ਼ਾਦ ਸੰਗਤ ਵਿੱਚ ਵਰਤਾਇਆ ਜਾਂਦਾ ਸੀ। ਜਦੋਂ ਗੁਰੂ ਸਾਹਿਬ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਚਰਨਾਂ 'ਚ ਗਏ, ਉਸ ਦੇ ਫੌਰਨ ਬਾਅਦ ਇਹ ਮੁਕਾਮ, ਇਹ ਸਨਮਾਨ ਹਾਸਲ ਹੋਇਆ 5 ਪਿਆਰਿਆਂ ਨੂੰ। ਜਦੋਂ ਵੀ ਦੇਗ ਬਣ ਕੇ ਆਉਂਦੀ ਸੀ, ਸਭ ਤੋਂ ਪਹਿਲਾਂ 5 ਪਿਆਰਿਆਂ ਨੂੰ, 5 ਪਿਆਰੇ ਚੜ੍ਹਦੀ ਕਲਾ ਵਾਲੇ ਸੰਗਤ 'ਚ ਬੈਠੇ ਦੇਖ ਕੇ ਇੱਕ ਸਿਆਣਾ ਵਰਤਾਵਾ, ਅੱਜ ਵਰਤਾਵੇ ਸਾਰੇ ਨੇ, ਮੈਂ ਕਹਾਂ ਕਿ ਜੋ ਕੁਛ ਮੈਂ ਦੇਖ ਰਿਹਾ ਹਾਂ, ਕੋਈ ਆਪਣੇ ਇਹ ਨਹੀਂ ਦੇਖਦਾ ਹੱਥ 'ਚ ਮੁੰਦਰੀ ਹੈ, ਮੇਰੇ ਸਰੀਰ ਦਾ ਕੀ ਹਾਲ ਹੈ, ਮੇਰੀ ਰਹਿਤ ਕੀ ਹੈ, ਪਰ ਵਰਤਾਵਾ ਬਣਨ ਦਾ ਸ਼ੌਕ ਬਹੁਤ ਹੈ। ਵਰਤਾਵੇ ਬਣਨ ਦਾ ਸ਼ੌਕ ਹੋਣ ਦੇ ਨਾਲ ਫਿਰ ਜਿੱਦ ਨਾਲ ਵਰਤਾਉਣ ਦਾ ਵੀ ਬੜਾ ਚਾਅ ਹੈ। ਪਰ ਕਦੀ ਸਾਡੀ ਜਿਹੜੀ ਰਹਿਤ ਮਰਿਆਦਾ ਰਹਿਤਨਾਮਿਆਂ 'ਚ ਸਾਨੂੰ ਮਿਲਦੀ ਹੈ, ਉਹਦੇ ਵਿੱਚ ਤੁਸੀਂ ਮਹਾਨ ਕੋਸ਼ ਪੜ੍ਹ ਲਓ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ ਕਿ ਜਿਹੜਾ ਸਿੱਖੀ ਧਾਰਨ ਨਹੀਂ ਜਿਸ ਨੇ ਕੀਤੀ, ਜਿਹੜਾ ਸਿੱਖੀ ਸਰੂਪ 'ਚ ਨਹੀਂ, ਜਿਹੜਾ ਮਰਿਆਦਾ 'ਚ ਨਹੀਂ, ਉਹਨੂੰ ਇਹ ਅਧਿਕਾਰ ਨਹੀਂ ਕਿ ਉਹ ਵਰਤਾਵਾ ਬਣ ਕੇ ਪ੍ਰਸ਼ਾਦ ਵਰਤਾਵੇ ਜਾਂ ਬਣਾਵੇ। ਤੋ ਜਦੋਂ ਸਿਆਣਾ ਵਰਤਾਵਾ ਪ੍ਰਸ਼ਾਦ ਵਰਤਾਉਂਦਾ ਸੀ, ਉਹ ਸਭ ਤੋਂ ਪਹਿਲਾਂ 5 ਸਿੱਖਾਂ ਨੂੰ ਦੇਖ ਕੇ ਧਿਆਨ 'ਚ ਰੱਖ ਕੇ ਉਹਨਾਂ ਨੂੰ ਪ੍ਰਸ਼ਾਦ ਦਿੰਦਾ ਸੀ। ਜਦੋਂ 5 ਸਿੰਘ ਪ੍ਰਸ਼ਾਦ ਛਕ ਲੈਂਦੇ ਸੀ, ਫਿਰ ਅਸੀਂ ਸੰਗਤ ਸਮਝਦੀ ਸੀ ਕਿ ਗੁਰੂ ਸਾਹਿਬ ਜੀ ਨੇ ਪ੍ਰਸ਼ਾਦ ਛਕ ਲਿਆ। 6ਵਾਂ ਨੰਬਰ ਆਉਂਦਾ ਸੀ ਪਾਠੀ ਸਿੰਘ ਦਾ, ਜਿਹੜਾ ਤਾਬਿਆ ਬੈਠਾ ਹੁੰਦਾ ਸੀ, ਇਹਦਾ ਪ੍ਰਸ਼ਾਦ ਕੌਲੀ 'ਚ ਰੱਖਿਆ ਜਾਂਦਾ, ਫਿਰ ਸੰਗਤ 'ਚ ਵਰਤਾਇਆ ਜਾਂਦਾ ਸੀ। ਅੱਜ ਅਸੀਂ ਇਹ ਸਿਧਾਂਤ ਖਤਮ ਕਰ ਦਿੱਤਾ ਹੈ ਤਕਰੀਬਨ। ਅੱਜ ਸਾਡੇ ਵਰਤਾਵੇ 5 ਪ੍ਰਸ਼ਾਦ ਦੇ ਗੱਫੇ ਕੱਢ ਕੇ ਸਾਰੇ 'ਚ ਮਿਕਸਅਪ ਕਰ ਦਿੰਦੇ ਨੇ ਤੇ ਫਿਰ ਵਰਤਾਉਣਾ ਸ਼ੁਰੂ ਕਰ ਦਿੰਦੇ ਨੇ। ਇਹ ਹੌਲੀ ਸਾਡੇ ਸਿਧਾਂਤ ਖਤਮ ਹੋ ਰਹੇ ਨੇ। ਹੌਲੀ ਮੈਂ ਸਮਝਦਾ ਜਿਸ ਤਰ੍ਹਾਂ ਪ੍ਰਸ਼ਾਦ ਵਰਤਾਉਣ ਵਾਲਿਆਂ ਨੇ 5 ਗੱਫੇ ਕੱਢੇ, ਸਾਰੇ 'ਚ ਮਿਕਸ ਕਰ ਦਿੱਤਾ, ਇਸ ਤਰ੍ਹਾਂ ਅੱਜ ਪ੍ਰਕਾਸ਼ ਸਿੰਘ ਬਾਦਲ ਨੇ 5 ਪਿਆਰੇ ਕੱਢਦਾ ਹੈ ਤੇ ਮਿਕਸ ਕਰ ਦਿੰਦਾ ਤੇ ਆਪਣੇ ਹੁਕਮ ਨਾਲ ਉਹਨਾਂ ਨੂੰ ਚਲਾਉਂਦਾ। ਅੱਜ ਦਾ ਦੇਖ ਲਓ ਤੁਸੀਂ ਫਰਮਾਨ ਉਹਦਾ। ਇੱਕ ਉਹਨੇ ਮੀਟਿੰਗ ਬੁਲਾਈ ਪੰਥ ਦੀ, 27 ਤਰੀਕ ਨੂੰ ਪੰਥ ਇਕੱਠ ਬੁਲਾਇਆ, ਉਹਦੇ ਮੁਕਾਬਲੇ ਤੇ ਹਰਿਆਣਾ ਕਮੇਟੀ ਨੇ 28 ਤਰੀਕ ਨੂੰ ਬੁਲਾ ਲਿਆ। ਪਰ ਜਦੋਂ ਉਹਨੂੰ ਰਿਪੋਰਟਾਂ ਮਿਲੀਆਂ ਕਿ ਇੱਥੇ ਆਉਣਾ ਕਿਸੇ ਨੇ ਨਹੀਂ, ਤੇਰਾ ਮੋਰਚਾ ਕਾਮਯਾਬ ਨਹੀਂ ਹੋਣਾ, ਲੋਕਾਂ ਦੀਆਂ ਲਾਹਨਤਾਂ ਪੈਣਗੀਆਂ, ਤੇ ਫਿਰ ਉਹਨਾਂ 5 ਗਿਆਨੀਆਂ ਨੂੰ ਹੁਕਮ ਦਿੱਤਾ ਕਿ ਇਹ ਮੇਰਾ ਵੀ ਤੇ ਉਹਨਾਂ ਦਾ ਵੀ, ਦੋਵਾਂ ਨੂੰ ਹੁਕਮ ਦੇ ਦਿਓ ਕਿ ਦੋਵੇਂ ਪ੍ਰੋਗਰਾਮ ਰੱਦ ਕਰ ਦੇਣ। ਹੁਣ ਇਹ ਗ੍ਰੰਥੀਆਂ ਨੂੰ ਕੌਣ ਸਮਝਾਵੇ ਕਿ ਜਿਨ੍ਹਾਂ ਨੂੰ ਤੁਸੀਂ ਪੰਥ 'ਚੋਂ ਛੇਕ ਦਿੱਤਾ, ਉਹਨਾਂ 'ਤੇ ਦੁਬਾਰਾ ਤੁਸੀਂ ਹੁਕਮ ਕਿਵੇਂ ਛੱਡ ਸਕਦੇ ਹੋ? ਪਰ ਸਾਡੇ ਇਹਨਾਂ ਗ੍ਰੰਥੀਆਂ ਨੇ ਅਕਾਲ ਤਖਤ ਨੂੰ ਇੰਨਾ ਨੀਵਾਂ ਕਰ ਦਿੱਤਾ ਕਿ ਅੱਜ ਸਿੱਖ ਹੈਰਾਨ ਹਨ ਕਿ ਅਸੀਂ ਅਕਾਲ ਤਖਤ ਸਾਹਿਬ ਦਾ ਕੀ ਕਰੀਏ।
ਅਕਾਲ ਤਖਤ ਸਾਹਿਬ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਉਸ ਪਵਿੱਤਰ ਸੋਚ ਨੂੰ ਕਿਸ ਤਰ੍ਹਾਂ ਸੰਭਾਲੀਏ। ਜਿਹੜੇ ਸੋਚ ਤੇ ਸੰਕਲਪ ਨੇ ਇਹ ਸਾਕਾਰ ਰੂਪ ਅਕਾਲ ਪੁਰਖ ਸੱਚੇ ਵਾਹਿਗੁਰੂ ਦੀ ਸੱਚੀ ਪਾਤਸ਼ਾਹੀ ਦਾ ਪ੍ਰਤੀਕ ਸਾਨੂੰ ਅਕਾਲ ਤਖਤ ਦਿੱਤਾ ਸੀ। ਅੱਜ ਸਾਡੀ ਰਾਜਨੀਤੀ ਨੇ ਸਾਡੇ ਸਿਧਾਂਤ ਖਤਮ ਕਰ ਦਿੱਤੇ। ਅੱਜ ਨਾ ਮੇਰੀ ਨਾ ਪੀਰੀ, ਨਾ ਪੰਥ ਨਾ ਗ੍ਰੰਥ, ਨਾ ਸ਼ਸਤਰ ਨਾ ਸ਼ਾਸਤਰ, ਨਾ ਸਿਮਰਨ ਨਾ ਸੇਵਾ, ਸਾਡੇ ਕੋਲ ਕੁਛ ਨਹੀਂ ਰਹਿ ਗਿਆ। ਅਸੀਂ ਇੱਕ ਦਿਖਾਵੇ ਦੇ ਸਿੱਖ ਬਣ ਕੇ ਰਹਿ ਗਏ। ਦਿਖਾਵੇ ਦੇ ਸਿੱਖ ਸਰੂਪ ਵਿੱਚ ਤੁਰੇ ਫਿਰਦੇ ਹਾਂ, ਜਿਸ ਤਰ੍ਹਾਂ ਬਰੂਪੀਆਂ ਦੀ ਤਰ੍ਹਾਂ, ਪਰ ਅੰਦਰੋਂ ਸਾਡੇ ਜੀਵਨ ਸੁੱਕੇ ਪਏ ਨੇ। ਸ਼ਬਦ ਦਾ ਸਾਨੂੰ ਆਸਰਾ ਨਹੀਂ। ਜਿਹੜੀ ਸ਼ਬਦ ਨੂੰ ਅਸੀਂ ਸੁਰਤ ਵਿੱਚ ਵਸਾਉਣਾ ਸੀ, ਉਹ ਸੁਰਤ ਅੱਜ ਵਿਕਾਰਾਂ ਵਿੱਚ ਲਿਬੜੀ ਹੈ, ਸਵਾਰਥ ਵਿੱਚ ਲਿਬੜੀ ਹੈ। ਸਵਾਰਥ ਦੇ ਵਿੱਚ ਅੰਨੀ ਹੋਈ ਕੌਮ ਨੂੰ ਤਬਾਹ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਹੈ, ਅਤੇ ਆਪਣੇ ਪਰਿਵਾਰਾਂ ਨੂੰ ਪਾਲਣ ਤੱਕ ਸੀਮਤ ਉਹ ਸੋਚ 'ਤੇ ਟਿਕੀ ਹੋਈ। ਤੋ ਸਾਡੀ ਕੌਮ ਦਾ ਅੱਜ ਕੋਈ ਵਾਰਸ ਨਹੀਂ। ਹਰੇਕ ਗੁਰਦੁਆਰੇ ਵਿੱਚ ਝਗੜਾ, ਹਰੇਕ ਗੁਰਦੁਆਰੇ ਵਿੱਚ ਮਰਿਆਦਾ ਦਾ ਝਗੜਾ, ਪ੍ਰਬੰਧ ਦਾ ਝਗੜਾ। ਕਿਤੇ ਵੀ ਅਕਾਲ ਤਖਤ ਵੱਲੋਂ ਕੋਈ ਅਗਵਾਈ ਨਹੀਂ। ਕਿਤੇ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਦਾ, ਸੱਚੀ ਪਾਤਸ਼ਾਹੀ ਦਾ ਕੋਈ ਭੈ ਨਹੀਂ ਰਹਿ ਗਿਆ। ਸਾਡੀ ਕੌਮ ਬੇਲਗਾਮ ਹੋ ਕੇ ਹੰਨੇ ਹੰਨੇ ਮੇਰੀ ਬਣੀ ਪਈ। ਤੋ ਸਾਡੀ ਕੌਮ ਨੇ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ 1675 ਈਸਵੀ ਤੋਂ 1775 ਈਸਵੀ ਤੱਕ, ਜਦੋਂ ਤੱਕ ਅਬਦਾਲੀ ਮਰ ਨਹੀਂ ਗਿਆ, ਉਦੋਂ ਤੱਕ ਜਿਹੜੇ ਦੁੱਖ ਭੋਗੇ, ਜਿਹੜਾ ਸੰਤਾਪ ਹੰਡਾਇਆ, ਜਿਸ ਤਰ੍ਹਾਂ ਬੀਬੀਆਂ ਨੇ ਸਵਾ ਮਣ ਦੇ ਪੀਸਣੇ ਪੀਸੇ ਮੀਰ ਮੰਨੂ ਦੀ ਜੇਲ੍ਹ ਵਿੱਚ, ਬੱਚਿਆਂ ਦੇ ਟੋਟੇ ਗਲਾਂ 'ਚ ਪਵਾਏ। ਕਦੀ ਸ਼ਬੇਕ ਸਿੰਘ ਸ਼ਬਾਸ਼ ਸਿੰਘ ਚਰਖੀਆਂ 'ਤੇ ਚੜ੍ਹੇ, ਕਦੀ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ, ਕਦੀ ਭਾਈ ਮਨੀ ਸਿੰਘ ਜੀ ਦੇ ਬੰਦ ਕੱਟੇ, ਕਦੀ ਭਾਈ ਤਾਰਾ ਸਿੰਘ ਵਰਗਿਆਂ ਸੂਰਮਿਆਂ ਦੀ ਸ਼ਹਾਦਤ, ਤੋਂ ਕਦੀ ਵੱਡਾ ਘੱਲੂਘਾਰਾ ਜਿਹ 'ਚ 25 ਤੋਂ 30 ਹਜ਼ਾਰ ਸਿੱਖ ਤੇ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ, ਕਦੀ ਛੋਟਾ ਘੱਲੂਘਾਰਾ। ਇੱਕ ਸਦੀ ਜੋ ਅਸੀਂ ਦੁਖਾਂਤ ਦੇਖਿਆ, ਜੋ ਅਸੀਂ ਨੁਕਸਾਨ ਉਠਾਇਆ, ਉਹਦਾ ਅਸੀਂ ਨਾ ਤੇ ਉਸ ਤੋਂ ਨਜ਼ਰਸਾਨੀ ਕਰਕੇ ਕੋਈ ਫਾਇਦਾ ਲੈ ਪਾਏ, ਉਸ ਨੁਕਸਾਨ ਨੂੰ ਨਾ ਆਂਕ ਸਕੇ, ਨਾ ਉਸ ਤੋਂ ਬਾਅਦ ਕੋਈ ਰਾਹ ਬਣਾ ਸਕੇ, ਨਾ ਉਸ ਤੋਂ ਬਾਅਦ ਅਸੀਂ ਆਪਣੇ ਲੀਡਰ ਨੂੰ ਚੁਣਨ ਦੀ ਵਿਧੀ ਅਪਣਾ ਸਕੇ। ਉਹੀ ਮੁਗਲਾਂ ਦਾ ਪੁਰਾਣਾ ਘਿਸਿਆ ਪਿਟਿਆ ਪ੍ਰਬੰਧ, ਜਿਹੜਾ ਕਿ ਪਹਿਲਾਂ ਮੈਂ ਰਾਜਾ, ਫਿਰ ਮੇਰਾ ਪੁੱਤਰ ਰਾਜਾ, ਫਿਰ ਉਹਦਾ ਗਾਂ ਪੁੱਤਰ। ਹੁਣ ਤੁਸੀਂ ਦੇਖ ਲਓ, ਪੁਰਾਤਨ ਸਿੱਖਾਂ ਨੇ ਫਿਰ ਵੀ ਬੜੀ ਜਦੋਜਹਿਦ ਕਰਕੇ ਇੱਕ ਅਕਾਲੀ ਦਲ ਬਣਾਇਆ। ਅਕਾਲੀ ਦਲ ਬਣਾਉਣ ਦਾ ਮਕਸਦ ਸੀ ਕਿ ਗੁਰੂ ਸਾਹਿਬ ਜੀ ਦੇ ਪਾਵਨ ਮਿਸ਼ਨ ਨੂੰ ਸੰਭਾਲ ਕੇ ਰੱਖਿਆ ਜਾਵੇ। ਆਪਣੀ ਬੱਚਿਆਂ ਦੀ ਜਵਾਨੀ ਅਤੇ ਉਹਨਾਂ ਦੇ ਜੀਵਨ ਦਾ ਜਿਹੜਾ ਮਨੋਰਥ ਹੈ, ਉਸ ਨੂੰ ਸਮਝਾਉਣ ਲਈ ਅਕਾਲੀ ਦਲ ਕੰਮ ਕਰੇ। ਆਪਣੇ ਸਿਧਾਂਤ ਨੂੰ ਬਚਾਉਣ ਲਈ ਅਕਾਲੀ ਦਲ ਕੰਮ ਕਰੇ। ਇਹ ਜਿਹੜੀ ਗੁਰੂ ਨਾਨਕ ਦੀ ਸੱਚੀ ਸਰਕਾਰ, ਜਿਸ ਨੂੰ ਅਸੀਂ ਦਸਵੰਧ ਕੱਢ ਕੇ ਦਿੰਦੇ ਹਾਂ, ਜਿਸ ਦਸਵੰਧ ਨੇ ਵਿਧਵਾ ਬੀਬੀਆਂ ਨੂੰ ਫਾਇਦਾ ਪਹੁੰਚਾਉਣਾ, ਬਜ਼ੁਰਗਾਂ ਨੂੰ ਮੈਡੀਸਨ ਜਾਂ ਉਹਨਾਂ ਦੀ ਸਹੂਲਤਾਂ ਲਈ, ਬਿਮਾਰੀ ਦਾ ਇਲਾਜ ਲਈ ਫ੍ਰੀ ਸੇਵਾ ਕਰਨੀ ਹੈ, ਜਾਂ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਮਿਲਣਾ ਹੈ, ਜਾਂ ਕਿਸੇ ਰਾਹਗੀਰ ਨੂੰ ਰਾਤ ਨੂੰ ਰਹਿਣ ਲਈ ਕਮਰਾ ਨਸੀਬ ਹੋਣਾ ਹੈ, ਇਹ ਪ੍ਰਬੰਧ ਅਸੀਂ ਨਹੀਂ ਦੇ ਪਾਏ। ਦਸਵੰਧ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਸਿੱਖਾਂ ਨੇ ਆਪਣੀ ਵਿੱਤ ਤੋਂ ਬਾਹਰ ਦਿੱਤਾ। ਇੱਕ ਤਾਂ ਹਰਿਮੰਦਰ ਸਾਹਿਬ ਦਿੱਤਾ, ਇੱਕ ਸਾਡੇ ਪ੍ਰਚਾਰਕ ਬਾਬਿਆਂ ਨੂੰ ਦਿੱਤਾ, ਇੱਕ ਸਾਡੇ ਪ੍ਰਚਾਰਕ ਕਥਾਵਾਚਕਾਂ ਅਤੇ ਕੀਰਤਨੀ ਸਿੰਘਾਂ ਨੂੰ ਦਿੱਤਾ, ਇੱਕ ਡੇਰਾਵਾਚ ਜਿੰਨੇ ਵੀ ਨਕਲੀ ਅਤੇ ਸਟੰਟ ਬਣਾ ਕੇ ਕੋਈ ਪ੍ਰੋਜੈਕਟ ਬਣਾ ਕੇ ਕੋਈ ਪ੍ਰੋਜੈਕਟ ਬਣਾ ਕੇ ਸਾਥੋਂ ਠੱਗ ਕੇ ਲੈ ਜਾਂਦਾ, ਉਹ ਵੱਖਰਾ। ਪਰ ਇਸ ਪੈਸੇ ਨੂੰ ਕਦੀ ਅਸੀਂ ਕੰਮ ਆਉਂਦਿਆਂ ਨਹੀਂ ਦੇਖਿਆ। ਸਾਡੇ ਪੰਜਾਬ ਦੇ ਵਿੱਚ ਅੱਜ ਹਾਲਤ ਇਹ ਹੈ ਕਿ ਜਿਹੜੇ ਪੰਜਾਬ 'ਚ ਅਸੀਂ ਵੱਸਦੇ ਪਏ ਹਾਂ, ਉਹਦੇ 96% ਜਿਹੜਾ ਸਰਵੇ ਹੈ ਪੰਜਾਬ ਸਰਕਾਰ ਦਾ, 96% ਸਿੱਖ ਬੱਚੇ ਜਾਂ ਦੂਸਰੇ ਧਰਮਾਂ ਦੇ ਪੰਜਾਬ ਵਿੱਚ ਵਸਣ ਵਾਲੇ, 96% ਪੇਂਡੂ ਬੱਚੇ ਜਿਹੜੇ ਆ, ਉਹ 10ਵੀਂ ਪਾਸ ਕਰਕੇ ਜਾਂ 10ਵੀਂ ਫੇਲ ਹੋ ਕੇ ਪੜ੍ਹਾਈ ਛੱਡ ਜਾਂਦੇ ਨੇ। ਅਤੇ 10ਵੀਂ ਪਾਸ ਜਾਂ ਫੇਲ ਨੂੰ ਕਦੀ ਕੋਈ ਨੌਕਰੀ ਨਹੀਂ ਮਿਲ ਸਕਦੀ ਪੰਜਾਬ ਦੇ ਵਿੱਚ, ਨਾ ਫੌਜ ਦੇ ਵਿੱਚ, ਨਾ ਸਿਪਾਹੀ ਦੀ, ਨਾ ਚਪੜਾਸੀ ਦੀ, ਜੋ ਅੱਜ ਯੁੱਗ ਵਿੱਚ ਅਸੀਂ ਜਿਉਂਦੇ ਪਏ ਹਾਂ, ਕੰਪਿਊਟਰ ਯੁੱਗ ਵਿੱਚ ਜਿਉਂਦੇ ਪਏ। ਤੋ ਇਹ ਆંકੜੇ ਨੇ ਸਰਕਾਰੀ। ਤੁਸੀਂ ਦੇਖੋ, ਪਿੰਡਾਂ 'ਚ ਸਾਡੀ 70% ਆਬਾਦੀ ਹੋਵੇ
तो 96% बच्चे 10वीं पास तो बाद घर बैठ जान, पास हो के या फेल हो के। कोई गुरबत करके गरीबी करके नहीं पढ़ सकिया, कोई नशिਆਂ ਵਿੱਚ बच्चा खराब हो गया, किसी की कोई मजबूरी, किसी की कोई मजबूरी। पर ਜਿਹੜੇ ਮੈਰਿਟ ਤੇ ਆਉਂਦੇ ਨੇ, ਜਿਹੜੀ ਮੈਰਿਟ ਬਣਦੀ ਆ, ਉਹ ਸਿਰਫ 7% ਬੱਚੇ ਪੂਰੇ ਪੰਜਾਬ 'ਚੋਂ ਆਉਂਦੇ ਆ। ਜਿਹੜੇ ਪੂਰੇ ਪੰਜਾਬ ਦੇ 7% ਬੱਚੇ ਨੇ, ਉਹਨਾਂ 'ਚੋਂ 1% ਬੱਚਾ ਪੇਂਡੂ ਆ, 6% ਬੱਚੇ ਸ਼ਹਿਰੀ ਨੇ। ਤੋ ਸਾਡੀ 70 ਤੋਂ 80% ਦੀ ਆਬਾਦੀ ਵਿੱਚੋਂ ਸਿਰਫ 1% ਬੱਚਾ ਮੈਰਿਟ ਤੇ ਪੜ੍ਹ ਰਿਹਾ ਆ ਰਿਹਾ, ਜਿਹੜਾ ਉਚੇਰੀ ਵਿੱਦਿਆ ਹਾਸਲ ਕਰ ਸਕਦਾ। ਤੋ ਸਾਡਾ ਕੀ ਭਵਿੱਖ ਕੀ ਹੈ? ਜਵਾਨੀ ਇੱਥੋਂ ਤੱਕ ਖਤਮ ਹੋ ਗਈ ਕਿ ਥੋੜ੍ਹਾ ਸਮਾਂ ਪਹਿਲਾਂ ਏਸ਼ੀਅਡ ਗੇਮਾਂ ਹੋਈਆਂ, ਉਹਦੇ ਵਿੱਚ 33% ਇਕੱਲੇ ਹਰਿਆਣੇ ਦੇ ਬੱਚਿਆਂ ਨੇ ਗੋਲਡ ਮੈਡਲ ਹਾਸਲ ਕੀਤੇ ਖੇਡਾਂ 'ਚ। ਪੰਜਾਬ ਦਾ ਕੋਈ ਬੱਚਾ ਲੋਹੇ ਦਾ ਮੈਡਲ ਨਹੀਂ ਲਿਆ ਸਕਿਆ। ਇਹ ਰਿਜ਼ਲਟ ਹੈ ਸਾਡੇ ਪੰਜਾਬ ਦਾ। ਤੋ ਅੱਜ ਸਰਕਾਰੀ ਅੰਕੜੇ ਤੇ ਖਾਸ ਕਰਕੇ ਡਿਫੈਂਸ ਦੇ ਅੰਕੜੇ, ਮਿਲਟਰੀ ਦੇ, ਆਰਮੀ ਦੇ ਅੰਕੜੇ ਤੇ ਉਹਨਾਂ ਦੀਆਂ ਰਿਪੋਰਟਾਂ ਛਪ ਚੁੱਕੀਆਂ ਨੇ ਅਖਬਾਰਾਂ 'ਚ, ਜਿਨ੍ਹਾਂ ਨੇ ਬੜੇ ਫਰਾਖ ਦਿਲੀ ਨਾਲ ਦੱਸਿਆ ਕਿ ਸਿੱਖ ਰੈਜੀਮੈਂਟ ਵਿੱਚ ਸਿੱਖ ਜਿਹੜੀਆਂ ਸੀਟਾਂ ਨੇ ਜਾਂ ਜਿਹੜਾ ਉਹਨਾਂ ਦਾ ਕੋਟਾ ਹੈ, ਉਹਦੇ ਵਿੱਚੋਂ 800 ਤੋਂ 700 ਤੋਂ 800 ਅਸਾਮੀਆਂ ਖਾਲੀ ਨੇ, ਜਿਨ੍ਹਾਂ 'ਤੇ ਸਿੱਖ ਭਰਤੀ ਹੋਣੇ ਚਾਹੀਦੇ ਨੇ। ਪਰ ਸਿੱਖ ਆ ਨਹੀਂ ਰਹੇ। ਕਿਉਂ ਨਹੀਂ ਆ ਰਹੇ? ਜੋ ਭਰਤੀ ਹੋਣ ਲਈ ਜਾਂਦੇ ਨੇ ਗਰੀਬੀ ਦੇ ਵਿੱਚ ਬਹੁਤ ਧੱਕੇ ਖਾਂਦੇ ਨੇ, ਲੈਣਾ ਲੱਗ ਕੇ, ਭੱਜ ਕੇ, ਕਈ ਭੱਜਦੇ ਦਮ ਤੁੜਾ ਪੈਂਦੇ ਨੇ। ਛਾਤੀ ਹੈ ਨਹੀਂ, ਸਮੈਕ ਨੇ ਮਾਰ ਲਿਆ, ਨਸ਼ਿਆਂ ਨੇ ਖਤਮ ਕਰ ਦਿੱਤਾ। ਤੋ ਛਾਤੀ ਨਾ ਹੋਣ ਕਰਕੇ, ਕੱਦ ਨਾ ਹੋਣ ਕਰਕੇ, ਜਿਨ੍ਹਾਂ ਦਾ ਕੱਦ ਆ ਉਹਨਾਂ ਦੀ ਪੜ੍ਹਾਈ ਨਾ, ਐਜੂਕੇਸ਼ਨ ਨਾ ਹੋਣ ਕਰਕੇ ਸਾਡੇ ਬੱਚੇ ਇਹ ਮਿਲਟਰੀ ਦੇ ਵਿੱਚ, ਜਿਹਦੇ ਵਿੱਚ ਅਸੀਂ ਦਾਅਵਾ ਕਰਦੇ ਸਾਂ, ਕਦੀ ਡਿਮਾਂਡ ਕਰਦੇ ਸਾਂ ਕਿ ਸੈਂਟਰ ਸਰਕਾਰ ਇਹ ਕੋਟਾ ਵਧਾਵੇ, ਪਰ ਅੱਜ ਅਸੀਂ ਆਪਣਾ ਪਹਿਲਾ ਕੋਟਾ ਪੂਰਾ ਨਹੀਂ ਕਰ ਰਹੇ। ਇੱਕ ਅਕੈਡਮੀ ਜਿਹੜੀ ਦੇਹਰਾਦੂਨ ਦੀ, ਜਿੱਥੇ ਬੱਚਾ ਸਿਲੈਕਟ ਹੋਣ ਤੋਂ ਬਾਅਦ, ਕੈਪਟਨ ਸਿਲੈਕਟ ਹੋਣ ਤੋਂ ਬਾਅਦ, ਜਿਹਦੀ ਉੱਥੇ ਨਿਗਰਾਨੀ ਦੇ ਵਿੱਚ ਜਿਹੜੀ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ, ਉਹਦੇ ਵਿੱਚ 70 ਬੱਚੇ ਹੁੰਦੇ ਸੀ ਸਿੱਖ ਤੇ 20 ਬੱਚੇ ਹੁੰਦੇ ਸੀ ਹਰਿਆਣੇ ਦੇ। ਅੱਜ 70 ਬੱਚੇ ਹਰਿਆਣੇ ਦੇ ਜਾ ਰਹੇ ਨੇ ਤੇ ਹੋਰ ਲਾਈਨ 'ਚ ਲੱਗੇ ਨੇ, ਪਰ ਸਾਡੇ ਪੰਜਾਬ ਦੇ 20 ਬੱਚੇ ਨਹੀਂ ਉਹ 'ਚ ਜਾ ਰਹੇ। ਉਹ ਵੀ ਉਹਨਾਂ ਨੇ ਰਿਪੋਰਟ ਪੰਜਾਬ ਸਰਕਾਰ ਨੂੰ ਦਿੱਤੀ ਹੈ। ਪਰ ਪੰਜਾਬ ਸਰਕਾਰ ਨੂੰ ਪੰਜਾਬ ਦਾ ਖਜ਼ਾਨਾ ਖਾਣ ਤੋਂ ਬਿਨਾਂ, ਗੁਰੂ ਦੀ ਗੋਲ ਖਾਣ ਤੋਂ ਬਿਨਾਂ ਉਸ ਪਰਿਵਾਰ ਨੂੰ ਕੋਈ ਫਿਕਰ ਨਹੀਂ, ਕਿਸੇ ਦੀ ਕੋਈ ਚਿੰਤਾ ਨਹੀਂ। ਮੈਂ ਸਮਝਦਾ ਹਾਂ ਕਿ ਤੁਹਾਡੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਇਸ ਜੱਦੋ ਜਹਿਦ ਵਿੱਚ ਬੜਾ ਵੱਡਾ ਯੋਗਦਾਨ ਪਾ ਰਹੇ ਨੇ, ਅਤੇ ਉਹਨਾਂ ਦੀ ਤੜਪ, ਉਹਨਾਂ ਦੇ ਦਰਦ ਨੇ ਹਿਲਾਇਆ ਪੰਜਾਬ ਨੂੰ। ਥੋੜ੍ਹੇ ਦਿਨ ਪਹਿਲਾਂ ਉਹਨੂੰ ਹਿਲਾ ਕੇ ਹਿਲਾਉਣਾ ਇਹੋ ਜਿਹਾ ਦਿੱਤਾ ਕਿ ਹੁਣ ਸਾਰਾ ਟੱਬਰ ਸੋਚੀ ਪੈ ਗਿਆ। ਅਤੇ ਇੱਕ ਟੱਬਰ ਹੀ ਹੈ ਜਿਹਨੂੰ ਤੁਸੀਂ ਪੰਥ ਕਹਿ ਲਓ, ਜਿਹਨੂੰ ਤੁਸੀਂ ਅਕਾਲੀ ਦਲ ਕਹਿ ਲਓ, ਜਿਹਨੂੰ ਤੁਸੀਂ ਸਰਕਾਰੇ ਖਾਲਸਾ ਕਹਿ ਲਓ, ਜਿਹਨੂੰ ਤੁਸੀਂ ਅਕਾਲ ਤਖਤ ਕਹਿ ਲਓ, ਜਿਹਨੂੰ ਤੁਸੀਂ ਪ੍ਰਬੰਧਕ ਕਮੇਟੀ ਕਹਿ ਲਓ, ਇੱਕੋ ਹੀ ਟੱਬਰ ਆ। ਤੋ ਮੈਂ ਹੈਰਾਨ ਹਾਂ ਕਿ ਸਿੱਖ ਇੰਨੇ ਬੁਜ਼ਦਿਲ ਅਤੇ ਇੰਨੇ ਕਾਇਰ ਕਿਵੇਂ ਹੋ ਗਏ, ਇੰਨੇ ਚਾਪਲੂਸ ਕਿਵੇਂ ਹੋ ਗਏ, ਇੰਨੇ ਦਸਮ ਪਾਤਸ਼ਾਹ ਦੇ ਇਸ਼ਾਰੇ 'ਤੇ ਜਾਨਾਂ ਕੁਰਬਾਨ ਕਰਨ ਵਾਲੇ ਅੱਜ ਸਵਾਰਥ ਨਹੀਂ ਤਿਆਗਦੇ ਪਏ। ਅੱਜ ਅਕਾਲੀ ਦਲ ਦੇ ਵਿੱਚ ਬੈਠ ਕੇ ਹੁਕਮ ਮੰਨਣ ਵਾਲੇ ਇੱਕ ਪਰਿਵਾਰ ਦਾ, ਅਤੇ ਉਹ ਹੁਕਮ ਮੰਨ ਕੇ ਆਪਣੀ ਵੀ ਜ਼ਿੰਦਗੀ ਰੋਲ ਗਏ ਅਤੇ ਕੌਮ ਦੀ ਵੀ ਰੋਲ ਗਏ। ਅੱਜ ਉਹ ਬਾਬਾ ਬੁੱਢਾ ਦੇ ਜਾਨਸ਼ੀਨ, ਜਿਹੜੇ ਬਾਬਾ ਬੁੱਢਾ ਜੀ ਨੂੰ ਕਦੀ ਮਾਤਾ ਗੰਗਾ ਜੀ ਮੱਥਾ ਟੇਕ ਕੇ ਅਤੇ ਵਰ ਮੰਗਦੇ ਸਨ, ਅਰਦਾਸ ਕਰਾਉਂਦੇ ਸਨ, ਉਸ ਬਾਬੇ ਬੁੱਢੇ ਦੇ ਜਾਨਸ਼ੀਨ ਗੁਰਮਤ ਦੀ ਲੀਹ ਤੋਂ ਲੱਥੀ ਹੋਈ ਔਰਤ ਨੂੰ ਮੱਥਾ ਟੇਕਦੇ ਨੇ ਆਪਣੇ ਸਵਾਰਥ ਲਈ ਕਿ ਨੌਕਰੀ ਮਿਲ ਜਾਏ ਜਾਂ ਹੋਰ ਵਧਾ ਦਿੱਤੀ ਜਾਵੇ। ਤੋ ਸਾਡੇ ਬਾਬਾ ਬੁੱਢਾ ਜੀ ਦੇ ਜਾਨਸ਼ੀਨ ਤੇ ਉਸ ਔਰਤ ਨੂੰ ਮੱਥਾ ਟੇਕਦੇ ਜਿਹੜੇ ਗੁਰਮਤ ਦੇ ਗਾਡੀ ਰਾਹ ਤੋਂ ਉਹਦੀ ਲੀਹ ਤੋਂ ਲੱਥ ਚੁੱਕੀ ਹੈ, ਅਤੇ ਉਹ ਬੀਬੀ ਜਿਹੜੀ ਨੂਰ ਮਹਿਲ ਦੀ ਪੁਜਾਰਨ ਬਣੀ ਹੋਈ ਹੈ। ਤੋ ਸਾਡੇ ਇੱਥੋਂ ਤੱਕ ਸਿਧਾਂਤ ਖਤਮ ਹੋ ਚੁੱਕੇ ਨੇ। ਤੋ ਮੈਂ ਖਾਸ ਕਰਕੇ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਇਹ ਅਪੀਲ ਕਰੂੰਗਾ ਕਿ ਉਹ ਆਪਣੀ ਕੌਮ ਨੂੰ ਬਚਾਉਣ ਲਈ ਹਮਲਾ ਮਾਰਨ, ਆਪਣੇ ਕੌਮ ਦੇ ਸਿਧਾਂਤ ਬਚਾਉਣ ਲਈ ਹਮਲਾ ਮਾਰਨ। ਪੰਜਾਬ ਦੇ ਵਿੱਚ ਸਮੈਕ ਜਿਹੜੀ ਕਦੀ ਦਰਾ ਖੈਬਰ ਦੇ ਰਸਤੇ ਧਾੜਵੀ ਆਉਂਦੇ ਸਨ, ਦਸਵੇਂ ਪਾਤਸ਼ਾਹ ਦੇ ਖੰਡੇ ਬਾਟੇ ਦੀ ਪੌਲ ਛਕਣ ਵਾਲੇ ਖਾਲਸੇ ਨੇ ਉਹ ਰਾਹ ਰੋਕਤਾ 7 ਸਦੀਆਂ ਦਾ। ਉਸ ਰਾਹ ਨੂੰ ਰੋਕ ਕੇ ਕੇਸਰੀ ਨਿਸ਼ਾਨ ਸਾਹਿਬ ਚਲਾਏ, ਪਰ ਉਸ ਦਰਾ ਖੈਬਰ ਦੇ ਰਸਤੇ ਸਮੈਕ ਆਈ ਜਿਸ ਨੇ ਖਾਲਸੇ ਦੀ ਡੰਡ ਲਾ ਦਿੱਤੀ। ਉਹ ਖਾਲਸੇ ਨੇ
ਉਹਦਾ ਵਿਰੋਧ ਨਹੀਂ ਕੀਤਾ, ਬਲਕਿ ਖਾਲਸੇ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਪੁਸ਼ਤ ਪਨਾਹੀ ਕੀਤੀ, ਸਰਪ੍ਰਸਤੀ ਕੀਤੀ। ਮੈਡੀਸਨ ਦੀਆਂ ਦੁਕਾਨਾਂ ਤੋਂ ਛੋਟੇ ਮੋਟੇ ਨਸ਼ੇ ਦੀਆਂ ਗੋਲੀਆਂ ਬੰਦ ਕਰਵਾ ਕੇ ਤੇ ਪੁੜੀਆਂ ਰੱਖਣ ਲਈ ਮਜਬੂਰ ਕੀਤਾ। ਤੇ ਉਹ ਡਰੱਗਸ ਜਿਹੜਾ 5% ਜਿਹੜਾ ਅਫਗਾਨਿਸਤਾਨ 'ਚੋਂ ਆਉਂਦਾ, ਉਹ 5% ਦੀ ਥਾਂ ਤੇ ਅੱਜ 95% ਪੰਜਾਬ 'ਚ ਤਿਆਰ ਹੋ ਰਿਹਾ। ਇਹ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਜਿਹੜੇ ਮਿਨਿਸਟਰ ਉਹਦੇ ਰਿਸ਼ਤੇਦਾਰ ਬਣੇ ਬੈਠੇ ਨੇ, ਉਹਨਾਂ ਦੀ ਅਗਵਾਈ 'ਚ ਫੈਕਟਰੀਆਂ ਚੱਲ ਰਹੀਆਂ, ਉਹਨਾਂ ਦਾ ਨਾਂ ਲਿਆ ਗਿਆ, ਜਿਹੜੇ ਮੁਲਜ਼ਮ ਫੜੇ ਗਏ, ਪਰ ਕਾਰਵਾਈ ਕੋਈ ਨਹੀਂ ਹੁੰਦੀ। ਫੜ ਰਹੇ ਨੇ ਉਹਨਾਂ ਗਰੀਬ ਲੋਕਾਂ ਨੂੰ ਜਿਹੜੇ ਪੀਣ ਵਾਲੇ ਨੇ, ਜਿਨ੍ਹਾਂ ਨੂੰ ਹਸਪਤਾਲ ਲਿਜਾਣਾ ਚਾਹੀਦਾ ਸੀ, ਉਹਨਾਂ ਨੂੰ ਜੇਲ੍ਹ 'ਚ ਲਿਜਾਇਆ ਜਾ ਰਿਹਾ। ਤੋ ਸਾਡੇ ਪੰਜਾਬ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਅਸੀਂ ਤਾਂ ਸੋਚਦੇ ਹਾਂ ਕਿ ਇਹ ਜਿੱਥੇ ਤੁਸੀਂ ਵੱਸਦੇ ਹੋ, ਜਿਹੜੇ ਸਹੂਲਤਾਂ ਦਾ ਤੁਸੀਂ ਸੁੱਖ ਲੈ ਰਹੇ ਹੋ, ਇਹ ਸਹੂਲਤਾਂ ਹਿੰਦੁਸਤਾਨ 'ਚ 100 ਸਾਲ ਨਹੀਂ ਆ ਸਕਦੀਆਂ। ਪਰ ਜੇ ਅਸੀਂ ਪੰਜਾਬ 'ਚ ਨਿਗਾਹ ਮਾਰੀਏ, ਆਪਣੇ ਪੰਜਾਬ 'ਚ ਤਾਂ 200 ਸਾਲ ਬਾਅਦ ਵੀ ਅਸੀਂ ਇੱਥੇ ਨਹੀਂ ਪਹੁੰਚ ਸਕਦੇ। ਤੋ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇੱਕ ਤਾਂ ਤੁਹਾਡਾ ਉਪਰਾਲਾ ਜਿਹੜਾ ਤੁਸੀਂ ਛੁੱਟੀਆਂ ਦੇ ਵਿੱਚ ਵੀ ਇਹ ਸਮਾਂ ਅਜਾਈ ਨਹੀਂ ਜਾਣ ਦਿੰਦੇ, ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ਦੇਣ ਲਈ, ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦੀ ਜਾਣਕਾਰੀ ਦੇਣ ਲਈ ਗੁਰੂ ਘਰ 'ਚ ਲਿਆ ਕੇ ਉਹਨਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਂਦੇ ਹੋ, ਉਹਨਾਂ ਨੂੰ ਬਾਣੀ ਸਿਖਾਉਂਦੇ ਹੋ। ਖਾਸ ਕਰਕੇ ਬੀਬੀ ਬਲਬੀਰ ਕੌਰ ਜੀ ਇੰਗਲੈਂਡ ਤੋਂ ਆ ਕੇ ਇਹ ਤਿੰਨ ਚਾਰ ਜਗ੍ਹਾ ਜਿਹੜਾ ਉਹਨਾਂ ਨੇ ਕੈਂਪ ਲਾਇਆ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਭਾਈ ਗੁਰਦਿਆਲ ਸਿੰਘ ਜੀ ਫਰਾਂਸ ਤੋਂ, ਜਿਹੜੇ ਲੰਮੇ ਸਮੇਂ ਤੋਂ ਆਪ ਵੀ ਬੜਾ ਵੱਡਾ ਕੈਂਪ ਲਾਉਂਦੇ ਨੇ ਹਰ ਸਾਲ, 3-4 ਕੈਂਪਾਂ 'ਚ ਮੈਂ ਵੀ ਸ਼ਾਮਲ ਹੋਇਆ। ਉਹਨਾਂ ਦੇ ਕੈਂਪ 'ਚ ਤੇ ਸਿਆਣੇ ਬੱਚੇ ਵੀ ਸਾਰੇ ਯੂਰਪ ਤੋਂ ਆਉਂਦੇ ਨੇ। ਤੋ ਖਾਸ ਕਰਕੇ ਇਸ ਦਫਾ ਮੈਂ ਜੋ ਦੇਖਿਆ, ਇਹ ਭਾਈ ਗੁਰਦਿਆਲ ਸਿੰਘ ਜੀ ਜਿਹੜੇ ਇਕੱਲੇ ਕੈਂਪ ਲਾਉਂਦੇ ਸੀ, ਹੁਣ ਉਹ ਹਰੇਕ ਗੁਰਦੁਆਰੇ 'ਚ ਲੱਗਣ ਲੱਗ ਪਿਆ, ਭਾਵੇਂ ਬੱਚਿਆਂ ਦੀ ਗਿਣਤੀ ਥੋੜ੍ਹੀ ਹੈ। ਤੋ ਇਹ ਚੰਗੀ ਗੱਲ ਹੈ, ਇਹ ਕੰਪੀਟੀਸ਼ਨ ਮਾੜਾ ਨਹੀਂ। ਤੋ ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਲਿਆਉਂਦੇ ਹੋ, ਉਦੋਂ ਤੁਸੀਂ ਵੀ ਇਹ ਸੋਚੋ ਕਿ ਅਸੀਂ ਵੀ ਸਟੂਡੈਂਟ ਹਾਂ, ਸਾਨੂੰ ਵੀ ਗੁਰੂ ਸਾਹਿਬ ਨੇ ਸਿੱਖ ਹੀ ਬਣਾਇਆ, ਮੁਕੰਮਲ ਅਸੀਂ ਵੀ ਨਹੀਂ ਬਣੇ, ਅਸੀਂ ਵੀ ਬਹੁਤ ਕੁਝ ਸਿੱਖਣਾ। ਤੋ ਅਸੀਂ ਬੱਚਿਆਂ ਦੇ ਬਹਾਨੇ ਸਾਨੂੰ ਵੀ ਗੁਰੂ ਘਰ 'ਚ ਆ ਕੇ ਇਹ ਟ੍ਰੇਨਿੰਗ ਲੈਣੀ ਚਾਹੀਦੀ ਹੈ ਗੁਰਮਤਿ ਦੀ, ਕਿ ਕਿਸ ਤਰ੍ਹਾਂ ਲੰਗਰ ਬਣਾਉਣਾ ਹੈ, ਕਿਸ ਤਰ੍ਹਾਂ ਵਰਤਾਉਣਾ ਹੈ, ਕਿਸ ਤਰ੍ਹਾਂ ਛਕਾਉਣਾ ਹੈ, ਮਰਿਆਦਾ ਕੀ ਹੈ ਸਿੱਖੀ ਦੀ, ਸਿੱਖੀ ਦੇ ਵਿੱਚ ਜੀਵਨ ਕਿਹੜੇ ਪ੍ਰਵਾਨ ਨੇ, ਸਿੱਖ ਮਰਿਆਦਾ 'ਚ ਲੰਗਰ ਕੀ ਹੈ, ਉਹਦਾ ਸਥਾਨ ਕੀ ਹੈ, ਸਾਨੂੰ ਕਿਉਂ ਸਿਖਾਇਆ ਗਿਆ ਹੈ ਸਾਰਾ ਕੁਛ, ਸਾਨੂੰ ਝੂਠ ਤੋਂ ਦੂਰ ਰਹਿਣ ਲਈ ਕਿਉਂ ਗੁਰੂ ਸਾਹਿਬ ਨੇ ਪ੍ਰੇਰਿਆ, ਕਿਉਂਕਿ ਝੂਠ ਤੇ ਝੂਠ ਇਹਨਾਂ ਦੋਵਾਂ ਦਾ ਕੁਦਰਤੀ ਸੰਬੰਧ ਹੁੰਦਾ। ਜਿਵੇਂ ਸੁੱਚ ਦੇ ਨਾਲ ਸੱਚ ਦਾ, ਝੂਠ ਦੇ ਨਾਲ ਝੂਠ ਦਾ ਕੁਦਰਤੀ ਸੰਬੰਧ ਹੁੰਦਾ। ਜਿਵੇਂ ਹੰਸਾਂ ਸਰਵਰ ਕਾਲ ਸਰੀਰ, ਜਿਵੇਂ ਮਾਨ ਸਰੋਵਰਾਂ ਵਿੱਚ ਹੰਸ ਮਿਲਦੇ ਨੇ, ਸਰੀਰਾਂ ਵਿੱਚ ਮੌਤ ਮਿਲਦੀ ਹੈ। ਮਾਨ ਸਰੋਵਰਾਂ ਵਿੱਚ ਹੰਸਾਂ ਦਾ, ਸਰੀਰਾਂ ਵਿੱਚ ਮੌਤ ਦਾ ਵਸੇਬਾ ਕੁਦਰਤੀ ਤੇ ਲਾਜ਼ਮੀ ਹੋਇਆ ਕਰਦਾ, ਇਹ ਕੁਦਰਤ ਦਾ ਅਸੂਲ ਹੈ। ਇਸੇ ਤਰ੍ਹਾਂ ਮਨ ਝੂਠੇ ਤਨ ਝੂਠ ਹੈ, ਜੇਵਾ ਝੂਠੀ ਹੋਏ, ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ। ਜੇ ਗੁਰੂ ਸਾਹਿਬ ਫਰਮਾਉਂਦੇ ਨੇ, ਜੇ ਤੁਸੀਂ ਝੂਠ ਖਾਓਗੇ ਤਾਂ ਝੂਠ ਬੋਲਣ ਦੀ ਆਦੀ ਪਊਗੀ, ਆਦਤ ਪਊਗੀ। ਜੇ ਸੁੱਚ ਰੱਖੋਗੇ ਸੱਚ ਦੇ ਨੇੜੇ ਜਾਓਗੇ। ਤੋ ਗੁਰੂ ਸਾਹਿਬ ਇਹ ਵੀ ਨਾਲ ਫਰਮਾਉਂਦੇ ਨੇ ਕਿ ਹਿਰਦਾ ਜਿਹੜਾ ਝੂਠਾ ਹੋਇਆ ਵਿਕਾਰਾਂ ਦੇ ਨਾਲ, ਉਹਨੂੰ ਸ਼ਬਦ ਤੋਂ ਬਿਨਾਂ ਮਾਂਜਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਫਰਮਾਉਂਦੇ ਨੇ, ਬਿਨ ਅਬ ਸ਼ਬਦ ਨਾ ਮਾਂਜੀਏ, ਸਾਚੇ ਤੇ ਸੁੱਚ ਹੋਏ। ਸੱਚੇ ਪਾਤਸ਼ਾਹ ਦਾ ਨਿਵਾਸ ਤਾਂ ਹੋਣਾ ਹਿਰਦੇ ਵਿੱਚ ਜੇ ਹਿਰਦਾ ਸੁੱਚਾ ਹੋ, ਤੇ ਸੁੱਚਾ ਹਿਰਦਾ ਕਰਨਾ ਸ਼ਬਦ ਨੇ। ਤੋ ਸ਼ਬਦ ਨੂੰ ਸੁਰਤ ਦੇ ਵਿੱਚ ਵਸਾਓ। ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਜਿੰਨੀ ਦੇਰ ਤੱਕ ਸਿੱਖ ਦੀ ਸੁਰਤ ਤੇ ਗੁਰੂ ਦਾ ਸ਼ਬਦ ਇਹ ਦੋਵੇਂ ਨਹੀਂ ਮਿਲਦੇ, ਇਹਨਾਂ ਦਾ ਸੰਯੋਗ ਨਹੀਂ ਬਣਦਾ, ਉਨੀ ਦੇਰ ਤੱਕ ਇਹ ਜ਼ਿੰਦਗੀ ਦਾ ਮਕਸਦ, ਜ਼ਿੰਦਗੀ ਵਿੱਚ ਜਨਮ ਲੈਣ ਦਾ ਮਕਸਦ ਪੂਰਾ ਨਹੀਂ ਹੁੰਦਾ। ਤੋ ਰਾਮ ਨਾਮ ਸੰਯੋਗ, ਪਰਮਾਤਮਾ ਦੇ ਤੇ ਆਤਮਾ ਦੇ ਸੰਯੋਗ ਦਾ ਜਿਹੜਾ ਮਕਸਦ ਹੈ, ਉਹ ਤਾਂ ਹੀ ਬਣਨਾ ਜੇ ਗੁਰੂ ਦਾ ਸ਼ਬਦ ਤੇ ਸਿੱਖ ਦੀ ਸੁਰਤ ਇਕੱਠੇ ਹੋਣਗੇ। ਦੋਹੇ ਮਿਲ ਕਾਰਜ ਉਪਜੇ ਰਾਮ ਨਾਮ ਸੰਜੋਗ। ਤੋ ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਤੋਂ ਜਿਹੜੀ ਸਾਨੂੰ ਬਾਣੀ ਮਿਲੀ ਹੈ, ਇਸ ਨੂੰ ਅਸੀਂ ਸੁਰਤ 'ਚ ਵਸਾਈਏ। ਗੁਰੂ ਸਾਹਿਬ ਨੇ ਇਸੇ ਕਰਕੇ ਸਾਨੂੰ ਕਿਹਾ ਕਿ 5 ਬਾਣੀਆਂ ਦਾ ਸਵੇਰੇ ਨਿਤਨੇਮ ਕਰੋ। ਘੱਟੋ ਘੱਟ ਸਾਡਾ ਧਿਆਨ 5 ਬਾਣੀਆਂ ਦਾ ਨਿਤਨੇਮ ਕਰਦਿਆਂ 1-1.5 ਘੰਟੇ ਦੇ ਵਿੱਚ ਘੱਟੋ ਘੱਟ 5-7 ਮਿੰਟ ਵੀ ਧਿਆਨ ਲੱਗੂਗਾ, ਤਾਂ ਗੁਰੂ ਸਾਹਿਬ ਜੀ ਦੇ ਦਰ 'ਤੇ ਉਹਦੀ ਹਾਜ਼ਰੀ ਲੱਗੂਗੀ। ਤੋ ਜਦੋਂ ਵੀ ਧਿਆਨ ਪਾਸੇ ਜਾਵੇ, ਗੁਰੂ ਸਾਹਿਬ ਨੇ ਇਸੇ ਕਰਕੇ ਸਾਨੂੰ ਬਾਣੀ ਬਖਸ਼ੀ ਹੈ ਕਿ ਮਨ ਨੂੰ ਮੋੜ ਕੇ ਵਾਪਸ ਲਿਆਓ, ਧਾਵਤ ਵਰਜ ਰਹਾਏ। ਜਦੋਂ ਮਨ ਭੱਜੇ ਉਹਨੂੰ ਵਰਜ ਕੇ ਵਾਪਸ ਲਿਆਏ। ਤੋ ਵਰਜ ਕੇ ਵਾਪਸ ਲਿਆਉਣ ਲਈ, ਅਭਿਆਸ ਕਰਨ ਲਈ ਇਹ ਗੁਰਬਾਣੀ ਸਾਨੂੰ ਮਹਾਰਾਜ ਨੇ ਬਖਸ਼ੀ ਆ।
ਇਸੇ ਤਰ੍ਹਾਂ ਜਦੋਂ ਨਾਮ ਜਪੀਦਾ, ਪ੍ਰਮਾਤਮਾ ਦੀ ਬੰਦਗੀ ਕਰੀਦੀ ਆ, ਮਨ ਦਾ ਸੁਭਾਅ ਹੈ ਬਾਹਰ ਜਾਣਾ, ਪਰ ਬਾਹਰ ਜਾਂਦੇ ਮਨ ਨੂੰ ਗੁਰੂ ਦੇ ਉਪਦੇਸ਼ ਦੀ ਖੜਕ ਦੇ ਨਾਲ ਉਹਨੂੰ ਵਾਪਸ ਲਿਆਉਣਾ ਸਿੱਖ ਦਾ ਧਰਮ ਹੈ। ਇਹ ਸਿੱਖੀ ਇਹੀ ਹੈ। ਇਸ ਤਰ੍ਹਾਂ ਹੀ ਅਸੀਂ ਸਿੱਖ ਬਣ ਕੇ ਅਖੀਰਲੀ ਉਮਰ ਤੱਕ ਚਿਰ ਜੀਵਨ ਚੇਤਨ ਨਿਤ ਨੇਤ, ਆਖਰੀ ਉਮਰ ਤੱਕ ਪ੍ਰਮਾਤਮਾ ਦੇ ਨਾਮ ਦਾ ਚਿੰਤਨ ਕਰਕੇ ਉਹ ਆਪਣੇ ਚਿੱਤ ਵਿੱਚ ਪ੍ਰਮਾਤਮਾ ਦੀ ਬਾਣੀ ਨੂੰ ਵਸਾਈਏ। ਜੇ ਚਿੱਤ ਵਿੱਚ ਚਿੰਤਾ ਵਸੀ ਰਹੂਗੀ ਤੇ ਚਿਖਾ ਤੇ ਜਾਵਾਂਗੇ, ਜਿਉਂਦੇ ਜੀ ਚਿਖਾ ਤੇ ਸੜਦੇ ਰਹਾਂਗੇ। ਜੇ ਚਿੱਤ ਵਿੱਚ ਚਿੰਤਾ ਹੋਊ, ਜੇ ਚਿੱਤ ਵਿੱਚ ਚਿੰਤਨ ਹੋਊ ਪ੍ਰਮਾਤਮਾ ਦੇ ਨਾਮ ਦਾ, ਤੇ ਪ੍ਰਮਾਤਮਾ ਦੇ ਦਰ ਤੇ ਵਸਾਂਗੇ, ਉਹਦੀ ਹਜ਼ੂਰੀ 'ਚ ਵਸਾਂਗੇ ਤੇ ਸੁਖੀ ਰਹਾਂਗੇ, ਸਹਿਜ ਵਿੱਚ ਰਹਾਂਗੇ। ਸੋ ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰਨ। ਤੁਸੀਂ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾ ਕੇ ਗੁਰਮਤਿ ਤੋਂ ਜਾਣੂ ਕਰੋ, ਬਾਣੀ ਦੇ ਨਾਲ ਜੋੜੋ। ਆਪ ਵੀ ਬਾਣੀ ਪੜ੍ਹੋ। ਜਦੋਂ ਤੁਸੀਂ ਆਪ ਬਾਣੀ ਘਰ ਵਿੱਚ ਪੜ੍ਹੋਗੇ, ਭਾਵੇਂ 15 ਮਿੰਟ ਇੱਕ ਸੈਂਚੀ ਤੋਂ ਪਾਠ ਕਰੋ, ਤੇ 15 ਮਿੰਟ ਇੱਕ ਜਦੋਂ ਤੁਸੀਂ ਪਾਠ ਕਰੋਗੇ ਉਦੋਂ ਘਰ ਦਾ ਮਾਹੌਲ ਠੀਕ ਹੋਊਗਾ। ਉਦੋਂ ਬੱਚਿਆਂ ਨੂੰ ਆਦਤ ਪਊਗੀ ਬਾਣੀ ਪੜ੍ਹਨ ਦੀ, ਸੁਣਨ ਦੀ। ਤੁਹਾਡੀ ਰੀਸ ਨਾਲ ਗੁਰੂ ਦੇ ਚਰਨਾਂ 'ਚ ਆਉਣਗੇ, ਕੇਸ ਕਤਲ ਕਰਨ ਤੋਂ ਬਚਣਗੇ, ਨਸ਼ਿਆਂ ਤੋਂ ਬਚਣਗੇ, ਗੁਰੂ ਦੀ ਭੈ ਭਾਵਨੀ 'ਚ ਰਹਿਣਗੇ। ਘਰਾਂ ਵਿੱਚ ਬਰਕਤ ਆਊਗੀ। ਜਿਸ ਘਰ ਵਿੱਚ ਪ੍ਰਮਾਤਮਾ ਦੇ ਨਾਮ ਦੀ ਬਰਕਤ ਹੈ, ਬਾਣੀ ਦਾ ਪ੍ਰਕਾਸ਼ ਹੈ, ਉਸ ਘਰ ਵਿੱਚ ਕਦੀ ਕੋਈ ਮਾੜਾ ਪ੍ਰਭਾਵ ਨਹੀਂ ਆਉਂਦਾ। ਉਸ ਘਰ ਵਿੱਚੋਂ ਬਲਾਵਾਂ ਭੱਜ ਜਾਂਦੀਆਂ ਨੇ, ਨੱਠ ਜਾਂਦੀਆਂ ਨੇ। ਉਸ ਘਰ ਵਿੱਚ ਬਰਕਤਾਂ ਆਉਂਦੀਆਂ ਨੇ। ਦਸਾਂ ਨੌਆਂ ਦੀ ਕਿਰਤ ਕਮਾਈ ਨੂੰ ਬਰਕਤਾਂ ਲੱਗਦੀਆਂ ਨੇ। ਕਦੀ ਮਹਾਂਪੁਰਖ ਹੁੰਦੇ ਨੇ, ਸੰਤ ਹੁੰਦੇ ਨੇ, ਜਿਨ੍ਹਾਂ ਦੀ ਸੰਗਤ ਦੇ ਨਾਲ ਰੰਗਤ ਮਿਲਦੀ ਹੈ, ਜੀਵਨ ਜਾਚ ਮਿਲਦੀ ਹੈ। ਪਰ ਕਦੇ ਵੀ ਇਹ ਨਹੀਂ ਹੋਇਆ ਕਿ ਕੋਈ ਸੰਤ ਅਰਦਾਸ ਕਰ ਦੇਵੇ ਤੇ ਤੁਹਾਨੂੰ ਉਹਦਾ ਫਲ ਮਿਲ ਜਾਵੇ। ਕੋਈ ਪਾਠੀ ਸਿੰਘ ਪਾਠ ਕਰ ਦੇਣ, ਅਰਦਾਸ ਤੋਂ ਤੁਸੀਂ ਪੈਸੇ ਦੇ ਕੇ ਉਹਦੀ ਕਰਵਾ ਲਓ ਤੇ ਤੁਹਾਨੂੰ ਫਲ ਮਿਲ ਜੇ। ਇਹ ਗਲਤ ਗੱਲਾਂ ਨੇ। ਗੁਰੂ ਸਾਹਿਬ ਨੇ ਸਾਨੂੰ ਇਹਨਾਂ ਤੋਂ ਵਰਜਿਆ। ਪਾਠ ਕਰਾਉਣਾ ਮਾੜੀ ਗੱਲ ਨਹੀਂ। ਤੁਸੀਂ ਘਰ ਵਿੱਚ ਅਖੰਡ ਪਾਠ ਵੀ ਕਰਵਾ ਸਕਦੇ ਹੋ, ਸਹਿਜ ਪਾਠ ਵੀ ਕਰਵਾ ਸਕਦੇ ਹੋ, ਪਰ ਜੇ ਤੁਸੀਂ ਸੁਣਨਾ ਹੋਵੇ, ਜੇ ਤੁਸੀਂ ਰਸੋਈ 'ਚ ਬੈਠਿਆਂ ਗੱਪਾਂ ਮਾਰਨੀਆਂ ਤੇ ਪਾਠੀ ਸਿੰਘ ਇਕੱਲਾ ਪਾਠ ਕਰਦਾ ਰਹੇ, ਤੇ ਇਹ ਫਿਰ ਇੱਕ ਕਰਮਕਾਂਡ ਬਣ ਜਾਂਦਾ। ਇਹਦਾ ਹੰਕਾਰ ਤੁਹਾਨੂੰ ਹੋਰ ਹੋਵੇਗਾ। ਅਸੀਂ ਅਖੰਡ ਪਾਠ ਕਰਾਇਆ, ਅਸੀਂ ਭਾਈ ਸਾਹਿਬ ਨੂੰ ਬਸਤਰ ਦਿੱਤੇ, ਅਸੀਂ ਪੈਸੇ ਦਿੱਤੇ। ਇਹ ਹੰਕਾਰ ਤੁਹਾਡੇ ਹੋਰ ਜੀਵਨ ਦਾ ਨੁਕਸਾਨ ਕਰੂਗਾ। ਤੋ ਆਪ ਤੁਸੀਂ 2 ਭਾਗਾਂ ਸੈਂਚੀਆਂ ਲਿਆ ਕੇ ਘਰਾਂ 'ਚ ਪਾਠ ਕਰੋ, 3 ਅੰਗ ਪੜ੍ਹੋ, ਸਾਲ ਬਾਅਦ ਤੁਸੀਂ ਭੋਗ ਪਾ ਸਕਦੇ ਹੋ। ਤੋ ਉਹਦੇ ਵਿੱਚ ਤੁਹਾਨੂੰ ਇੱਕ ਤਸੱਲੀ ਹੋਊਗੀ, ਤੁਹਾਨੂੰ ਕੋਈ ਕੁਰਾਹੇ ਨਹੀਂ ਪਾ ਸਕੂਗਾ, ਤੁਹਾਨੂੰ ਕਰਮਕਾਂਡਾਂ 'ਚ ਨਹੀਂ ਲਿਜਾ ਸਕੂਗਾ। ਤੁਹਾਨੂੰ ਗੁਰੂ ਦੇ ਚਰਨਾਂ ਦਾ ਆਸਰਾ ਮਿਲੂਗਾ, ਜਿਹੜੇ ਚਰਨਾਂ ਦਾ ਆਸਰਾ ਆਤਮ ਵਿਸ਼ਵਾਸ ਬਖਸ਼ਦਾ, ਵੱਡੇ ਵੱਡੇ ਦੁੱਖਾਂ ਤੋਂ ਬਚਾ ਦਿੰਦਾ। ਤੋ ਗੁਰੂ ਸਾਹਿਬ ਜੀ ਨੇ ਆਪ ਇਨਸਾਨੀ ਜ਼ਿੰਦਗੀ ਵਿੱਚ ਕਰਾਮਾਤਾਂ 'ਤੇ ਯਕੀਨ ਨਹੀਂ ਕੀਤਾ। ਉਹਨਾਂ ਨੇ ਇਨਸਾਨੀ ਜਾਮੇ ਦੇ ਵਿੱਚ ਇਨਸਾਨੀ ਦੁੱਖ ਤਕਲੀਫ ਸਾਡੀ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਰਹਿ ਕੇ ਆਪ ਝੱਲ ਕੇ ਸਾਨੂੰ ਇਹ ਸਿਖਾਇਆ ਕਿ ਭਾਣੇ ਵਿੱਚ ਕਿਵੇਂ ਰਹੀਦਾ। ਆਪਾਂ ਦਸਮ ਪਾਤਸ਼ਾਹ ਦੇ ਜੀਵਨ ਦੇਖ ਲਈਏ ਤੇ 9 ਸਾਲ ਦੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉਹਨਾਂ ਦੀ ਝੋਲੀ 'ਚ ਆਇਆ, ਤੇ 43 ਸਾਲ ਦੇ ਸਨ ਜਦੋਂ ਉਹਨਾਂ ਆਪਣੇ ਬੱਚੇ ਵੀ ਸ਼ਹੀਦ ਕਰਾ ਕੇ ਤੇ ਪ੍ਰਮਾਤਮਾ ਨੂੰ, ਅਕਾਲ ਪੁਰਖ ਸੱਚੇ ਵਾਹਿਗੁਰੂ ਨੂੰ ਉਹਦੇ ਚਰਨਾਂ ਦਾ ਧਿਆਨ ਧਰ ਕੇ, ਕਿਰਪਾ ਅਕਾਲ ਤੇਰੀ ਭਈ ਜੀਤ ਮੇਰੀ, ਚੜ੍ਹਦੀ ਕਲਾ ਵਿੱਚ ਆਪਣੇ ਖਿਆਲਾਂ ਨੂੰ ਡਿੱਗਣ ਨਹੀਂ ਦਿੱਤਾ ਕਦੀ ਵੀ। ਇੱਕ ਦਫਾ ਜਦੋਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਛੋਟੇ ਸ਼ਹੀਦ ਹੋਏ ਤਾਂ ਔਰੰਗਜ਼ੇਬ ਦੀ ਚਿੱਠੀ ਮਿਲੀ ਗੁਰੂ ਸਾਹਿਬ ਜੀ ਨੂੰ। ਔਰੰਗਜ਼ੇਬ ਨੇ ਕੀ ਲਿਖਿਆ ਸੀ, ਜਿਸ ਤਰ੍ਹਾਂ ਅਸੀਂ ਆ ਗੁਟਕੇ ਦੇ ਪਿੱਛੇ ਤੇ ਅੱਗੇ ਦੇਖਦੇ ਹਾਂ, 2-2 ਪੇਜ ਖਾਲੀ ਹੁੰਦੇ ਨੇ, ਪਲੇਨ ਹੁੰਦੇ ਨੇ। ਇਹ ਹਰੇਕ ਧਰਮ ਦੀ ਪੁਸਤਕ ਦੇ ਅੱਗੇ ਪਿੱਛੇ ਸ਼ੁਰੂ ਤੋਂ ਆਦਿ ਕਾਲ ਤੋਂ ਚੱਲਦੇ ਆ ਰਹੇ। ਤੋ ਇਸ ਤਰ੍ਹਾਂ ਕੁਰਾਨ ਸ਼ਰੀਫ ਦੇ ਪਿੱਛੇ ਜਿਹੜੇ ਖਾਲੀ ਪੇਜ ਹੁੰਦੇ ਨੇ, ਉਹਨਾਂ 'ਤੇ ਇੱਕ ਤੇ ਚਿੱਠੀ ਲਿਖ ਕੇ ਫਾਰਸੀ ਦੇ ਵਿੱਚ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਭੇਜੀ ਸੀ। ਕਾਂਗੜ ਦੀਨਾ ਕਾਂਗੜ ਦੇ ਵਿੱਚ, ਮਾਲਵੇ ਦੇ ਵਿੱਚ। ਉਹਨਾਂ ਨੇ ਕਿਹਾ ਸੀ ਕਿ ਮੈਨੂੰ ਦੁੱਖ ਹੈ, ਤੁਹਾਡੇ ਬੱਚੇ ਸ਼ਹੀਦ ਹੋ ਗਏ, ਸੂਬੇ ਸਰਹੰਦ ਨੇ ਜ਼ੁਲਮ ਕੀਤਾ। ਮੇਰਾ ਚਿੱਤ ਕਰਦਾ ਕਿ ਮੈਂ ਤੁਹਾਨੂੰ ਇਹ ਤੁਹਾਡੇ ਬੱਚਿਆਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਵਾਂ, ਪਰ ਤੁਸੀਂ ਜੇ ਮੈਨੂੰ ਨਜ਼ਰਾਨੇ ਵਜੋਂ ਇੱਕ ਅਰਬੀ ਘੋੜਾ ਦਾਨ ਪੇਸ਼ ਕਰੋ। ਨਜ਼ਰਾਨੇ ਵਜੋਂ ਜਦੋਂ ਨਜ਼ਰਾਨਾ ਦਿੰਦਾ ਸੀ ਕੋਈ, ਤਾਂ ਉਹ ਫਿਰ ਉਹਦਾ ਮਤਲਬ ਹੁੰਦਾ ਇਹ ਸ਼ਰਨ 'ਚ ਆ ਗਿਆ, ਅਤੇ ਉਸ ਨੂੰ ਫਿਰ ਉਹ ਉੱਥੇ ਲੁੱਟਮਾਰ ਰਾਜੇ ਨਹੀਂ ਸੀ ਕਰਦੇ, ਉੱਥੋਂ ਨਜ਼ਰਾਨਾ ਲੈ ਕੇ ਅਤੇ ਮੂੰਹ ਮੰਗੀ ਰਕਮ ਲੈ ਕੇ ਵਾਪਸ ਆ ਜਾਂਦੇ ਸੀ।
तो गुरु साहब ਨੂੰ ਔਰੰਗਜ਼ੇਬ ਨੇ ਕਿਹਾ ਮੈਨੂੰ ਨਜ਼ਰਾਨੇ ਵਜੋਂ ਤੁਸੀਂ ਅਗਰ ਅਰਬੀ ਘੋੜਾ ਦਿਓ ਪੇਸ਼ ਕਰੋ ਤੇ ਮੈਂ ਤੁਹਾਨੂੰ ਆਨੰਦਪੁਰ ਦਾ ਇਲਾਕਾ ਵਾਪਸ ਦੇ ਸਕਦਾ, ਤੁਹਾਡੇ ਬੱਚਿਆਂ ਦੇ ਕਾਤਲਾਂ ਨੂੰ ਸਜ਼ਾਵਾਂ ਦੇ ਸਕਦਾ। तो गुरु साहब ने वो चिट्ठी के जवाब में जोड़ा पत्र लिखा से उन्होंने असी विजय पत्र कहने, उन्होंने असी जफरनामा भी कहने। तो वो जफरनामा जोड़ा ਉਹਦੇ ਵਿੱਚ गुरु साहब ने औरंगजेब ਨੂੰ ਕਿਹਾ कि औरंगजेब जिसनों तू खुदा कहता है वो मेरे लिए मेरा अकाल पुरख है, मैं उस नर शेर का पुजारी हाँ जिसनों तू खुदा कहना। तो कभी नर शेर का पुजारी किसी को नजराना नहीं देता, तो मैनू ये पेशकश की है नजराना देने की। मैं तेनों ये चैलेंज करदा है कि तू इस धरती ते पैर रख के दिखा, तेरे पैरों थले इनकलाब के चंगियाड़े विछा देंगा। इन्नी जुरत सी दसम पातशाह दे विच उदों जदों 9 साल तो लैके 43 साल की उम्र तक जद्दोजहद करके बच्चे शहीद करवा के, माता शहीद करवा के, पिता शहीद करवा के, भूआ दे पुत मामे दे पुत शहीद करवा के उन्होंने इन्ना वड्डा नुकसान उठाने तो बाद भी किन्नी चढ़दी कला च रहे। अज असीं देखते हैं या सानू कोई पुछदा, मैनू कई भी सवाल करते तुसीं की खट्टिया, तुसीं ऐ कर लेंदे, तुसीं ओं कर लेंदे। तो मैं क्या जिन्हें खट्टिया तुसीं उन्हां नाल जाओ, सानू छड्डो इसे तरह ही, असीं इतना ठीक है। जमीर मार के मरना, जमीर मार के तुरना, जमीर मार के जिउंदे रहना, लख लानत है हो जिंदगी ते। सानू गुरु साहब ने जिहो जिहा जीवन जिउण लई बख्शिश की है, जांच दसी है, आप जिउ के दिखाया, सानू उहो जिहे जीवन पसंद आने चाहिए हैं। औरंगजेब 55 साल राज कर गया, अज उहदी कबर ते कुत्ते मूददे ने, उहदी कबर ते कोई दीवा नहीं जगाउंदा। तो दसम पातशाह ने 43 साल की उम्र तक जिहड़ी जद्दोजहद की, उस जद्दोजहद दे विच अपने बच्चों लई कोई रियासत नहीं मंगी, कोई देश नहीं मंगया, कोई राज नहीं मंगया, ना उन्हां लई सुरक्षित रखिया। अपने बच्चों की हयाती दे विच उन्हां दी जवानी दे दहलीज ते कदम सन जदों उन्होंने 5 प्यारे साज के ये गुरता गद्दी जिहड़ी पंथ ते ग्रंथ नूं दे दित्ती। तो खालसा जी सानू अपने गुरु साहब जी दे मिशन ते चलना चाहिए। अज असीं भलाई ते नेकी ते बुराई का जो कुछ भी अंदाज़ा लाउणा वो अपने इतिहास सुन लाइए। ये सुख सहूलतां जिंदगी दियां बड़ियां आईयां बड़ियां गईयां, ये सुख सहूलतां नरक च पाउंदियां ने। जिवें असीं रोज़ पाठ करते हैं, दुख दारू सुख रोग पाया, ये सुख सानू दुखां का दरवाज़ा, सुख जिहड़े ने रोगां का दरवाज़ा खोलते हैं साडे लई, बीमारियां का दरवाज़ा खोलते हैं साडे लई, नरकां का दरवाज़ा खोलते हैं। तो जिहड़ा दुख परमात्मा दे देवे वो साडे लई ना, गुरु नानक साहब फरमाउंदे ने परमात्मा के दर का दरवाज़ा खोल दिंदा। क्योंकि गुरु साहब फरमाउंदे ने दुख सुख दोए दर कपड़े पहरे जाए मनुख। असीं जपजी साहब पढ़ते हैं ना, केतियां दुख भूख सदमार। गुरु नानक साहब फरमाउंदे ने किन्ने लोग ने परमात्मा जिन्होंने दुख ते भुख की सद मार तू मार मारदा है। तो गुरु साहब फरमाउंदे ने ये भे दात तेरी दातार। सच्चे पातशाह कहते हैं कि भी सच्चे पातशाह तेरी दात है, ये दात तू दित्ती ते असीं सीधे राह ते आए। तो अज असीं कार खरीदते हैं तो उहदे पिछे लिख लेने ये भी दात तेरी दातार। तो ये गलत है। सुखां नूं असीं कदी भी इस तरह नहीं लेना कि साडी जिंदगी का आसरा बनणगे। सुख मिले परमात्मा के शुक्र विच रहो, दुख मिले तो अरदास करो। वो परमात्मा ने जो कुछ भी नसीब च दिता उहदी रजा विच रह के जाना ही सिख का असल धर्म है। साडे लई गुरु साहब गुरु ग्रंथ साहिब जी, गुरु ग्रंथ ते गुरु पंथ का सिद्धांत जिउंदा रहे। एक कवि सन कवि निहाल सिंह जी, बड़े मन्ने परमन्ने कवि सन। उन्होंने गुरु गोबिंद सिंह जी को एक संबोधन करके कविता लिखी सी। उहदी आखिरी पंक्ति बड़ी कीमती, वो लिखते ने, पंथ की रखो तो ग्रंथ की रहेगी नाथ। नाथ कहते ने गुरु गोबिंद सिंह जी को संबोधन करके, पंथ की रखो तो ग्रंथ की रहेगी नाथ। राखो जो ना पंथ तो ग्रंथ कौन मानेगो। जे पंथ ना रहा तो ग्रंथ कितों रहेगा। तो ये 5 प्यारे होण, ये आत्मा 10 पातशाहियां दी दा कब्ज 5 प्यारे होण, किसी की जरूरत है इसनूं छेड़ जावे।
ਬੇਅਦਬੀ ਕਰ ਜਾਵੇ। ਪਰ ਅਸੀਂ ਜਦੋਂ ਖੁੱਲ੍ਹੀ ਛੱਡ ਦਿੱਤੀ ਆਤਮਾ, ਪੰਜਾਂ ਪਿਆਰਿਆਂ ਨੂੰ ਅਸੀਂ ਘੱਟੇ ਕੌਡੀਆਂ ਰਲਾ ਦਿੱਤਾ, ਤੇ ਉਦੋਂ ਸਾਡਾ ਵੀ ਨੁਕਸਾਨ ਹੋਇਆ, ਦਸਮ ਪਾਤਸ਼ਾਹ ਦੀ ਆਤਮਾ ਨੂੰ ਵੀ ਸੇਕ ਲੱਗਾ, ਤੋ ਸਾਡੀ ਕੌਮ ਦੇ ਪੱਲੇ ਵੀ ਕੁਛ ਨਾ ਰਿਹਾ। ਤੋ ਅਸੀਂ ਦਸਮ ਪਾਤਸ਼ਾਹ ਦੇ ਇਸ ਪਵਿੱਤਰ ਮਿਸ਼ਨ ਨੂੰ, ਜਿਹੜਾ ਉਹਨਾਂ ਨੇ ਬੱਚਿਆਂ ਦੀ ਸ਼ਹਾਦਤ ਦੇ ਕੇ ਸਾਨੂੰ ਪੰਥ ਤੇ ਗ੍ਰੰਥ ਦਾ ਸਿਧਾਂਤ ਦਿੱਤਾ, ਇਸ ਨੂੰ ਜਿਉਂਦਾ ਰੱਖੀਏ। ਇਹਦੇ ਲਈ ਤੁਸੀਂ ਸਾਰੇ ਵਿਦੇਸ਼ਾਂ 'ਚ ਵਸਦੇ ਆਪਣਾ ਯੋਗਦਾਨ ਪਾਓ, ਪੰਜਾਬ ਦੇ ਉੱਤੇ ਨਿਗਾਹ ਰੱਖੋ। ਜਿਹੜੀ ਪੰਥਕ ਅੱਖ ਤੁਹਾਡੀ ਜਿਹੜੀ ਆ ਉਹ ਪੰਜਾਬ 'ਤੇ ਰਹੇ, ਅਤੇ ਉੱਥੇ ਭਲੇ ਬੁਰੇ ਦਾ ਨੂੰ ਨਾਪ ਕੇ ਉਹਨੂੰ ਭਾਪ ਕੇ ਉਹਦਾ ਫੈਸਲਾ ਕਰੇ। ਭਲੇ ਦਾ ਫਾਇਦਾ ਕਰਨ ਲਈ ਤੁਹਾਡਾ ਹੱਕ ਅਤੇ ਤੁਹਾਡਾ ਪੱਖ ਉੱਧਰ ਹੋਣਾ ਚਾਹੀਦਾ, ਅਤੇ ਜਿਹੜਾ ਸਾਡਾ ਨੁਕਸਾਨ ਕਰ ਰਿਹਾ ਉਹਨੂੰ ਬਾਜ ਦੀ ਤਰ੍ਹਾਂ ਝਪਟ ਕੇ ਸਾਡੀ ਕੌਮ ਨੂੰ ਤੁਸੀਂ ਇਸ ਸਲਾਹ ਨੂੰ ਤੁਸੀਂ ਬਚਾ ਸਕਦੇ ਹੋ। ਤੁਹਾਡੇ 'ਚ ਸਮਰੱਥਾ, ਤੁਸੀਂ ਬਾਹਰ ਦੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਜਿੰਨੀ ਤੁਹਾਡੀ ਗਿਣਤੀ ਹੈ ਉਨੀ ਗਿਣਤੀ ਪੰਜਾਬ 'ਚ ਤੁਹਾਡੀ ਬੈਠੀ ਹੈ, ਜਿਹੜੀ ਤੁਹਾਡੇ ਹੁਕਮ ਦੇ ਵਿੱਚ ਹੈ, ਤੁਹਾਡੇ ਪਿਆਰ ਦੇ ਵਿੱਚ ਹੈ। ਜਿੱਧਰ ਤੁਸੀਂ ਕਹੋ ਉੱਧਰ ਚੱਲੋਗੇ। ਤੋ ਤੁਹਾਡੇ ਚੇਂਜ ਨਾਲ ਪੰਜਾਬ ਦੇ ਵਿੱਚ ਚੇਂਜ ਆਉਣਾ, ਤੁਹਾਡੀ ਮੱਤ ਨਾਲ ਉਹਨਾਂ ਦੀ ਮੱਤ ਜਿਹੜੀ ਆ ਫਿਰਨੀ ਬੜੀ ਵਾਜਬ ਅਤੇ ਜ਼ਰੂਰੀ ਹੋਵੇਗੀ। ਮੈਂ ਸਮਝਦਾ ਤੁਸੀਂ ਇਸ ਪਾਸੇ ਧਿਆਨ ਦੇ ਕੇ ਆਪਣੀ ਕੌਮ ਨੂੰ, ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਬਚਾਓ ਅਤੇ ਅਗਵਾਈ ਕਰੋ ਪੰਜਾਬ ਦੀ। ਜਿਹੜਾ ਪੰਜਾਬ ਸਾਡੇ ਅਕਾਲੀਆਂ ਨੇ ਅਬਦਾਲੀ ਤੋਂ ਦੇ ਨਾਲੋਂ ਜ਼ਿਆਦਾ ਲੁੱਟ ਕੇ ਖਰਾਬ ਕੀਤਾ, ਜਿਹੜਾ ਸਿੱਖੀ ਨੂੰ ਬਰਬਾਦ ਕੀਤਾ, ਸਿਧਾਂਤ ਨੂੰ ਬਰਬਾਦ ਕੀਤਾ, ਸਾਡੇ ਗੁਰਧਾਮਾਂ ਨੂੰ ਬਰਬਾਦ ਕੀਤਾ। ਸੋ ਅਕਾਲ ਪੁਰਖ ਸੱਚੇ ਵਾਹਿਗੁਰੂ ਤੁਹਾਨੂੰ ਇੰਨਾ ਬਲ ਬਖਸ਼ੇ। ਤੁਸੀਂ ਇਹ ਸਾਰੇ ਕਾਰਜ ਲਈ ਸਾਨੂੰ ਸਹਿਯੋਗ ਦਿਓ। ਅਸੀਂ ਅਕਾਲ ਪੁਰਖ ਸੱਚੇ ਵਾਹਿਗੁਰੂ ਦੀ ਕਿਰਪਾ ਨਾਲ ਜੋ ਸਾਡਾ ਫਰਜ਼ ਬਣਦਾ ਇਨਸਾਨੀ ਜੀਵਨ ਦਾ, ਜਿਹੜਾ ਫਰਜ਼ ਉਹਦਾ ਨਾਂ ਹੀ ਧਰਮ ਹੁੰਦਾ, ਅਸੀਂ ਤਾਂ ਆਪਣੇ ਧਰਮ ਦੀ ਪਾਲਣਾ ਪਹਿਲਾਂ ਵੀ ਕਰਦੇ ਰਹੇ ਹਾਂ ਅਤੇ ਗਾਂਹ ਵੀ ਕਰਦੇ ਆਵਾਂਗੇ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਿਹ ਖਿੰਚੇ ਤਿਹ ਜਾਓ। ਅਸੀਂ ਗੁਰੂ ਘਰ ਦੇ ਕੂਕਰ ਬਣ ਕੇ ਉਹਨਾਂ ਦੇ ਸਿਧਾਂਤਾਂ ਦਾ, ਉਹਨਾਂ ਦੀ ਇਸ ਪਵਿੱਤਰ ਮਿਸ਼ਨ ਦੀ ਰਾਖੀ ਕਰਦੇ ਰਹਾਂਗੇ ਅਤੇ ਤੁਹਾਨੂੰ ਜਗਾਉਂਦੇ ਰਹਾਂਗੇ। ਆਪ ਵੀ ਪਹਿਰੇ 'ਤੇ ਖਲੋ ਕੇ ਉੱਚੀ ਆਵਾਜ਼ ਦੇ ਨਾਲ ਉਹਦਾ ਆਪਣੇ ਫਰਜ਼ ਅਦਾ ਕਰਦੇ ਰਹਾਂਗੇ। ਭੁੱਲ ਚੁੱਕ ਲਈ ਖਿਮਾ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਵਿਦੇਸ਼ਾਂ 'ਚ ਵਸਦੀਆਂ ਸੰਗਤਾਂ ਦਾ। ਅਤੇ ਅਸੀਂ ਆਸ ਰੱਖਾਂਗੇ ਤੁਸੀਂ ਪੰਜਾਬ ਦੇ ਵੱਲ ਨਿਗਾਹ ਰੱਖੋ। ਆਪਣੇ ਇੱਥੋਂ ਦੇ ਛੋਟੇ ਅਤੇ ਸੌੜੇ ਸਵਾਰਥ ਨੂੰ ਤਿਆਗ ਕੇ ਵੱਡੀ ਕੌਮ ਦੀ ਜਿਹੜੀ ਗੱਲ ਆ, ਜਿਹੜੀ ਕੌਮ ਦੇ ਆਬਰੂ ਰੱਖੇ, ਜਿਹੜੀ ਕੌਮ ਦੀ ਉਮਰ ਵਧਾਵੇ, ਉਸ ਵੱਲ ਧਿਆਨ ਦੇ ਕੇ ਸਾਰੇ ਭਰਾ ਬਣ ਕੇ, ਦਸਮ ਪਾਤਸ਼ਾਹ ਦੇ ਪੁੱਤ ਬਣ ਕੇ ਆਪਣਾ ਮਿਸ਼ਨ ਜਿਹੜਾ ਉਹਨੂੰ ਬਚਾਉਣ ਲਈ ਇਕੱਠੇ ਹੋ ਕੇ ਹੰਬਲਾ ਮਾਰੋ। ਭੁੱਲ ਚੁੱਕ ਲਈ ਖਿਮਾ। ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।